सत श्री अकाल जी सारिਆਂ ਨੂੰ जज्बाती जिंदगी स्टोरीज़ 'ਚ ਤੁਹਾਡਾ ਫਿਰ ਸਵਾਗਤ ਹੈ। ਨਵੀਂ ਕਹਾਣੀ ਨਵੀਂ ਸਦੀ ਦੀ ਆਹਟ ਦੇ ਨਾਲ ਹਾਜ਼ਰ ਹਾਂ ਤੇ ਉਮੀਦ ਹੈ ਤੁਹਾਨੂੰ ਪਸੰਦ ਵੀ ਜ਼ਰੂਰ ਆਵੇਗੀ। ਹਾਏ ਹਾਏ ਵੇਖ ਕਿਵੇਂ ਸਪਣੀ ਵਾਂਗੂ ਮੇਲਦੀ ਆ। ਸਹੁਰੇ ਘਰ ਇੰਨੀਆਂ ਖੁੱਲ੍ਹਾਂ ਕਿਹੜਾ ਦੇ ਦੂ ਇਹਨੂੰ। ਸਹੇਲੀ ਦੇ ਵਿਆਹ ਵਿੱਚ ਨੱਚਦੀ ਦਿਲਪ੍ਰੀਤ ਨੂੰ ਵੇਖ ਗਵਾਂਢਣ ਚਾਚੀ ਹੈਰਾਨ ਹੋਈ। ਕੁੜੇ ਚੁਲਬਲੀਏ ਤੂੰ ਤਾਂ ਬਾਲਾ ਹੀ ਸੋਹਣਾ ਨੱਚਦੀ ਆ। 8 ਜਮਾਤਾਂ ਵੀ ਪਾਸ ਕਰੀ ਬੈਠੀ ਆ। ਸੁਣਿਆ ਤੇਰਾ ਪ੍ਰਾਹੁਣਾ ਤਾਂ ਜਵਾਨ ਪੜ੍ਹ। ਚਾਚੀ ਨੂੰ ਪਤਾ ਸੀ 2 ਮਹੀਨਿਆਂ ਨੂੰ ਇਸ ਦਾ ਵਿਆਹ ਏ। ਚਾਚੀ ਸ਼ੁਕਰ ਕਰੋ ਆਪਣੇ ਪਿੰਡ ਤਾਂ 8ਵੀਂ ਤੱਕ ਦਾ ਸਕੂਲ ਬਣ ਗਿਆ। ਉਹਨਾਂ ਦੇ ਪਿੰਡ ਤਾਂ ਸੁਣਿਆ ਅਜੇ ਵੀ 5ਵੀਂ ਤੱਕ ਹੀ ਆ। ਉਹ ਮੁਸਕੜੀਆਂ ਹੱਸੀ। ਫਿਰ 5 ਹੀ ਪੜ੍ਹ ਲੈਂਦਾ। ਮੈਂ ਤਾਂ ਸੁਣਿਆ ਰੰਗ ਵੀ ਪੱਕਾ। ਤੇਰੇ ਪਿਓ ਨੇ ਵੀ ਲੋੜਾ ਮਾਰਿਆ। ਕੋਈ ਨਹੀਂ ਚਾਚੀ ਸਗੋਂ ਵਧੀਆ ਗੱਲ ਆ। ਵੱਧ ਪੜ੍ਹੇ ਨੇ ਰੋਹ ਵੀ ਮਾਰਿਆ ਕਰਨਾ ਸੀ। ਹੁਣ 8 ਜਮਾਤਾਂ ਨਾਲ ਘਰ 'ਚ ਮੇਰਾ ਮਾਣ ਇੱਜ਼ਤ ਰਹੂ। ਤੇ ਦਿਲਪ੍ਰੀਤ ਖੁੱਲ੍ਹ ਕੇ ਹੱਸੀ। ਜਦ ਤੋਂ ਉਸ ਦੀ ਮੰਗਣੀ ਹੋਈ ਸੀ ਉਹ ਹਸੀਨ ਸੁਪਨਿਆਂ ਵਿੱਚ ਗੁਆਚੀ ਰਹਿੰਦੀ। ਮਨ ਹੀ ਮਨ ਚਾਵਾਂ ਦੇ ਲੱਡੂ ਭੋਰਦੀ ਤੇ ਸਵਾਦ ਚੱਖਦੀ। ਇਸ ਚਾਚੀ ਦਾ ਪਰਿਵਾਰ ਪਾਕਿਸਤਾਨ ਤੋਂ ਉੱਜੜ ਕੇ ਆਇਆ ਸੀ। ਬੜੇ ਦੁੱਖ ਤੇ ਮੁਸੀਬਤਾਂ ਝੱਲ ਇਹਨਾਂ ਆਪਣੇ ਆਪ ਨੂੰ ਸੈੱਟ ਕੀਤਾ ਤੇ ਹੁਣ ਪਿੰਡ ਦਾ ਮੋਹਰੀ ਪਰਿਵਾਰ ਸੀ। ਚਾਚੀ ਦੀ ਕੁੜੀ ਹਾਨ ਪ੍ਰਵਾਨ ਦੀ ਹੋਣ ਕਰਕੇ ਦਿਲਪ੍ਰੀਤ ਦਾ ਚਾਚੀ ਦੇ ਘਰ ਆਉਣ ਜਾਣ ਸੀ। ਉਸ ਨੂੰ ਚਾਚੀ ਦਾ ਘਰ ਆਪਣੇ ਤੇ ਪਿੰਡ ਦੇ ਹੋਰ ਘਰਾਂ ਨਾਲੋਂ ਹਮੇਸ਼ਾ ਵੱਧ ਸਾਫ਼ ਸੁਥਰਾ ਲੱਗਦਾ। ਉਹ ਕੱਪੜੇ ਵੀ ਵਧੀਆ ਤੇ ਧੋਤੇ ਹੋਏ ਪਾਉਂਦੀ। ਉਸ ਘਰ ਵਿੱਚ ਗੋਭੀ, ਗਾਜਰ, ਆਲੂ, ਮਟਰ ਆਦਿ ਬਣਦਾ ਤਾਂ ਉਹ ਇਸ ਨੂੰ ਸਬਜ਼ੀ ਕਹਿੰਦੇ। ਮਾਲਵੇ ਦੇ ਪੇਂਡੂ ਘਰਾਂ ਵਿੱਚ ਅਜੇ ਤੱਕ ਵੀ ਇਹ ਸਭ ਕੁਝ ਦਾਲ ਹੀ ਸੀ। ਚਾਚੀ ਦੇ ਘਰ ਆਉਣ ਜਾਣ 'ਤੇ 8 ਜਮਾਤਾਂ ਪਾਸ ਹੋਣ ਕਰਕੇ ਦਿਲਪ੍ਰੀਤ ਆਪਣੇ ਆਪ ਨੂੰ ਬਹੁਤ ਸਿਆਣੀ ਸਮਝਣ ਲੱਗ ਪਈ। ਇੱਕ ਦਿਨ ਗੋਭੀ ਦਾ ਫੁੱਲ ਘਰੇ ਪਿਆ ਸੀ ਪਰ ਮਾਂ ਨੇ ਉਸ ਨੂੰ ਚਟਨੀ ਕੁੱਟਣ ਲਈ ਕਿਹਾ। ਉਹ ਬੋਲੀ, ਮਾਂ ਗੋਭੀ ਪਈ ਤਾਂ ਹੈ, ਉਹਦੀ ਸਬਜ਼ੀ ਬਣਾ ਲੈਂਦੀ ਆ। ਟੇਕੀ ਸਬਜ਼ੀ ਦੀ, ਤੈਨੂੰ ਕਿਹਾ ਚਟਨੀ ਕੁੱਟ। ਮੈਂ ਨਹੀਂ ਕੁੱਟਦੀ, ਦਿਲਪ੍ਰੀਤ ਨੇ ਜਵਾਬ ਦੇ ਦਿੱਤਾ। ਮਾਂ ਨੇ ਤਾੜ ਦੇਣੇ ਥੱਪੜ ਮਾਰਿਆ ਤੇ ਬੋਲੀ, ਸਹੁਰੇ ਜਾ ਕੇ ਲੱਗੂ ਪਤਾ ਕਿਵੇਂ ਚਪਰ ਚਪਰ ਜਵਾਬ ਦਿੰਦੀ ਆ, ਮੈਂ ਨਹੀਂ ਕੁੱਟਦੀ। ਦਿਲਪ੍ਰੀਤ ਰੋਣ ਲੱਗ ਪਈ। ਉਸੇ ਟਾਈਮ ਉਸ ਦਾ ਬਾਪ ਘਰੇ ਆ ਗਿਆ ਤੇ ਘਰਵਾਲੀ ਨੂੰ ਬੋਲਦੇ ਸੁਣ ਲਿਆ। ਕਿਉਂ ਕੁੜੀ ਤੇ ਔਖੀ ਹੋਈ ਜਾਨੀ ਆ? ਖਬਰਦਾਰ ਜੇ ਅੱਗੋਂ ਤੋਂ ਕੁੜੀ ਨੂੰ ਹੱਥ ਲਾਇਆ। ਇਹ ਤਾਂ ਮੇਰਾ ਪੁੱਤ ਆ। ਤੇ ਉਸਨੇ ਦਿਲਪ੍ਰੀਤ ਨੂੰ ਬੁੱਕਲ ਵਿੱਚ ਲੈ ਲਿਆ। ਹੋਰ ਚਮਲਾਓ ਪੁੱਤ ਪੁੱਤ ਕਰਕੇ, ਕੱਲ ਨੂੰ ਇਹਦੇ ਫੁੱਫੜ ਹੋਰਾਂ ਨੇ ਆਉਣਾ। ਮੈਂ ਸੋਚਿਆ ਗੋਭੀ ਦੀ ਦਾਲ ਕੱਲ ਨੂੰ ਬਣਾ ਲਾਂਗੇ। ਚਟਨੀ ਕੁੱਟਣ ਨੂੰ ਕਹਿਤਾ, ਗੋਲਾ ਵੱਜ ਗਿਆ। ਕਹਿੰਦੀ ਮੈਂ ਨਹੀਂ ਕੁੱਟਦੀ। ਕੱਲ ਨੂੰ ਗੋਭੀ ਹੋਰ ਆ ਜਾਂਦੀ। ਹੋਰ ਅੱਗੇ ਤਾਂ ਰੋਜ਼ ਨਵੀਂ ਆਉਂਦੀ ਆ, ਨਾਲੇ ਇਹਨੂੰ ਮਿਲੂ ਉੱਥੇ ਰੋਜ਼ ਗੋਭਾ। ਮਾਂ ਬੜਬੜ ਕਰਦੀ ਰਹੀ। ਵਿਆਹ ਦਾ ਦਿਨ ਆ ਗਿਆ। ਰੀਤੀ ਰਿਵਾਜਾਂ ਅਨੁਸਾਰ ਵਿਆਹ ਹੋ ਗਿਆ। ਨਾਇਣ ਤੇ ਉਸ ਦਾ ਭਰਾ ਸਹੁਰੇ ਘਰ ਨਾਲ ਗਏ। ਸਹੁਰੇ ਘਰ ਦੇ ਸ਼ਗਨ ਹੋਏ ਤੇ 2 ਰਾਤਾਂ ਇੱਕ ਬੈਠਕ ਵਿੱਚ ਹੀ ਕੱਟੀਆਂ। ਰਾਤ ਨੂੰ ਨਾਇਣ ਉਸ ਦੇ ਨਾਲ ਸੌਂਦੀ ਰਹੀ। ਤੀਸਰੇ ਦਿਨ ਨਾਇਣ, ਭਰਾ ਤੇ ਪਿੰਡ ਆਏ 2 ਹੋਰਨਾਂ ਨਾਲ ਉਹ ਵਾਪਸ ਪੇਕੇ ਆ ਗਈ। ਝੰਡਾ ਸਿੰਘ ਨਾਲ ਕੋਈ ਗੱਲ ਹੀ ਨਹੀਂ ਸੀ ਹੋਈ। ਰਿਵਾਜ ਹੀ ਇਹੋ ਜਿਹੇ ਸਨ। ਹੁਣ ਮੁਕਲਾਵਾ ਹੋਣਾ ਸੀ। ਫਿਰ ਉਸਨੇ ਤੇ ਝੰਡਾ ਸਿੰਘ ਨੇ ਇੱਕ ਮੰਜੇ 'ਤੇ ਪੈਣਾ ਸ਼ੁਰੂ ਕਰਨਾ ਸੀ। ਭਾਵੇਂ ਉਹ ਅੱਜ ਤੱਕ ਝੰਡਾ ਸਿੰਘ ਨਾਲ ਸੁੱਤੀ ਨਹੀਂ ਸੀ, ਫਿਰ ਵੀ ਉਸ ਨੂੰ ਆਪਣੇ ਆਪ ਵਿੱਚ ਕੋਈ ਤਬਦੀਲੀ ਮਹਿਸੂਸ ਹੋਈ। ਸਹੇਲੀਆਂ ਜ਼ਿਆਦਾਤਰ ਉਸ ਦੇ ਘਰ ਵਾਲੇ ਤੇ ਸਹੁਰੇ ਪਰਿਵਾਰ ਦੀਆਂ ਗੱਲਾਂ ਕਰਦੀਆਂ। ਉਹ ਵੀ ਸੋਚਦੀ, ਮੈਂ ਆਪਣੇ ਘਰ ਨੂੰ ਚਾਚੀ ਦੇ ਘਰ ਨਾਲੋਂ ਵੀ ਸੋਹਣਾ ਬਣਾ ਕੇ ਰੱਖਿਆ ਕਰੂੰ। ਸਾਰਾ ਪਰਿਵਾਰ ਰੋਜ਼ ਧੋਤੇ ਕੱਪੜੇ ਪਾਇਆ ਕਰੂ। ਚਾਚੀ ਵਾਂਗੂ ਵਧੀਆ ਸਬਜ਼ੀਆਂ ਬਣਾਇਆ ਕਰੂ। 3 ਮਹੀਨੇ ਬਾਅਦ ਮੁਕਲਾਵਾ ਹੋ ਗਿਆ। ਦਿਲਪ੍ਰੀਤ ਸਹੁਰੇ ਘਰ ਆ ਗਈ। ਦਾਜ ਦੇ ਨਾਲ ਨਾਲ ਉਹ ਸੁਪਨੇ ਵੀ ਲੈ ਕੇ ਆਈ ਜੋ ਝੰਡਾ ਸਿੰਘ ਦੇ ਸੰਗ ਰਹਿੰਦਿਆਂ ਸਾਕਾਰ ਹੋਣੇ ਸੀ। ਉਸ ਨੂੰ ਪੂਰੀ ਆਸ ਸੀ ਕਿ ਝੰਡਾ ਸਿੰਘ ਹਰ ਗੱਲ ਵਿੱਚ ਉਸ ਦੀ ਸਲਾਹ ਲਊ ਤੇ ਉਸ ਦੇ ਸਾਰੇ ਚਾਅ ਪੂਰੇ ਹੋਣਗੇ। ਝੰਡੇ ਦੇ ਨਾਲ ਘਰ ਵਿੱਚ ਮੇਰੀ ਝੰਡੀ ਵੀ ਝੁੱਲੂ। ਉਹ ਮਨ ਹੀ ਮਨ ਹੱਸਦੀ। ਅਜੇ ਤੱਕ ਉਸਨੇ ਹਠੂਰ ਦਾ ਛੋਟਾ ਕਸਬਾ ਹੀ ਵੇਖਿਆ ਸੀ। ਹੁਣ ਉਹ ਸੋਚਦੀ ਸੀ ਕਿ ਘਰ ਵਾਲੇ ਨਾਲ ਜਗਰਾਮੀ ਤੇ ਮੋਗੇ ਘੁੰਮ ਕੇ ਆਇਆ ਕਰੂੰ। ਸ਼ਹਿਰ ਜਾ ਕੇ ਸਮੋਸੇ, ਪਕੌੜੇ, ਆਲੂ ਟਿੱਕੀ, ਜਲੇਬੀਆਂ, ਗੋਲ ਗੱਪੇ ਤੇ ਹੋਰ ਬੜਾ ਕੁਝ ਖਾਣ ਬਾਰੇ ਲੋਚਦੀ। ਛੋਟੇ ਘਰ ਵਿੱਚੋਂ ਆਈ ਸੀ
ਛੋਟੇ ਮੋਟੇ ਹੀ ਉਸਦੇ ਸ਼ੌਂਕ ਤੇ ਚਾਅ ਸਨ। ਮੁਕਲਾਵੇ ਆਈ ਨੂੰ ਮਹੀਨਾ ਭਰ ਹੋ ਗਿਆ। ਪਹਿਲੀ ਨਿਰਾਸ਼ਾ ਇਹ ਹੋਈ ਕਿ ਇੱਕ ਪੱਕੀ ਬੈਠਕ ਨੂੰ ਛੱਡ ਬਾਕੀ ਸਾਰਾ ਘਰ ਉਸਦੇ ਪੇਕੇ ਘਰ ਵਾਂਗ ਅਜੇ ਕੱਚਾ ਸੀ। ਘਰ ਵੱਡਾ ਤਾਂ ਸੀ ਤੇ ਪਸ਼ੂ ਵੀ ਵੱਧ ਸਨ, ਪਰ ਉਸਨੂੰ ਹੋਰ ਕੋਈ ਬਹੁਤਾ ਫਰਕ ਨਾ ਲੱਗਿਆ। ਉਸਨੂੰ ਇਹ ਚਾਨਣ ਵੀ ਹੋਣ ਲੱਗ ਗਿਆ ਕਿ ਉਸਦਾ ਘਰ ਵਾਲਾ ਤਾਂ ਘਰ ਤੋਂ ਖੇਤ ਤੇ ਖੇਤ ਤੋਂ ਘਰ ਤੱਕ ਦਾ ਹੀ ਰਵਾਦਾਰ ਸੀ। ਖੇਤ ਤੇ ਪਸ਼ੂਆਂ ਨਾਲ ਹੱਦੋਂ ਵੱਧ ਪਿਆਰ ਕਰਨ ਵਾਲਾ, ਖੇਤੀ ਦਾ ਪੂਰਾ ਕਾਮਾ, ਆਮ ਖੇਤੀ ਵਾਲਾ ਰਵਾਇਤੀ ਘਰ। ਦੇਸ਼ ਆਜ਼ਾਦ ਹੋਏ ਨੂੰ ਭਾਵੇਂ 20 ਸਾਲ ਹੋ ਗਏ ਸੀ, ਪਰ ਆਜ਼ਾਦੀ ਇਸ ਘਰ ਤੇ ਪਿੰਡ ਤੋਂ ਅਜੇ ਕਿਤੇ ਦੂਰ ਹੀ ਸੀ। 8ਵੀਂ ਵਾਲੇ ਗਿਆਨੀ ਮਾਸਟਰ ਜੀ ਤਾਂ ਦੱਸਦੇ ਹੁੰਦੇ ਸੀ, ਔਰਤ ਘਰ ਦੀ ਕਾਇਆ ਕਲਪ ਬਦਲ ਸਕਦੀ ਹੈ। ਹੁਣ ਇਹਦੇ ਕੰਮਾਂ ਵਿੱਚ ਮੈਂ ਕੀ ਸਲਾਹ ਦੇਵਾਂ? ਘਰ ਨੂੰ ਸਜਾਉਣਾ, ਵਧੀਆ ਸਾਫ਼ ਕੱਪੜੇ ਪਾਉਣਾ, ਬਣ ਠਣ ਕੇ ਰਹਿਣਾ, ਇਹਨਾਂ ਗੱਲਾਂ ਵੱਲ ਤਾਂ ਕਿਸੇ ਦਾ ਧਿਆਨ ਹੀ ਹੈ ਨਹੀਂ। ਚਾਚੀ ਦੀ ਤਾਂ ਘਰ ਵਿੱਚ ਪੂਰੀ ਟੌਰ ਸੀ, ਸਾਰਾ ਟੱਬਰ ਉਸ ਦੀ ਗੱਲ ਸੁਣਦਾ ਸੀ। ਮੇਰੀ ਸੱਸ ਦੀ ਤਾਂ ਇੱਥੇ ਕੋਈ ਪੁੱਛ ਗਿੱਛ ਹੀ ਹੈ ਨਹੀਂ। ਕੀ ਮੇਰੀ ਗੱਲ ਨੂੰ ਕੋਈ ਸੁਣੂ? ਉਹ ਘੁਟਨ ਜੀ ਮਹਿਸੂਸ ਕਰਦੀ। ਜੀ ਆਪਾਂ ਕਦੇ ਜਗਰਾਮੀ ਜਾਂ ਮੋਗੇ ਗੇੜਾ ਮਾਰ ਆਈਏ? ਗੱਲੀ ਬਾਤੀ ਉਸ ਝੰਡਾ ਸਿੰਘ ਨੂੰ ਕਿਹਾ, ਹਠੂਰ ਵਿੱਚ ਸਭ ਕੁਝ ਤਾਂ ਮਿਲਦਾ, ਮੋਗੇ ਜਗਰਾਵਾਂ ਕੀ ਕਰਨਾ? ਕੁਝ ਮੁੱਕਿਆ ਦੱਸ, ਮੰਗਵਾ ਦਿੰਨਾ। ਕੀ ਮੁੱਕਿਆ ਦੱਸੇ? ਜਵਾਬ ਸੁਣ ਉਸ ਦਾ ਮਨ ਉਦਾਸ ਹੋ ਜਾਂਦਾ। ਮੁਕਲਾਵੇ ਆਈ ਨੂੰ ਸਾਲ ਤੋਂ ਵੱਧ ਟਾਈਮ ਹੋ ਚੁੱਕਾ ਸੀ। ਇੱਕ ਦਿਨ ਬੈਠੀ ਸੋਚਣ ਲੱਗੀ, ਇਹ ਤਾਂ ਕੋਈ ਗੱਲ ਸੁਣਦਾ ਨਹੀਂ, ਮਾਂ ਜੀ ਨੂੰ ਹੀ ਕਹਿ ਕੇ ਦੇਖ ਲਵਾਂ। ਹਿੰਮਤ ਜੀ ਕਰਕੇ ਉਹ ਸੱਸ ਕੋਲ ਢਿੱਡ ਹੌਲਾ ਕਰਨ ਲੱਗੀ। ਉਸ ਛੋਟੇ ਛੋਟੇ ਕਈ ਸੁਝਾਅ ਦਿੱਤੇ ਤੇ ਸੱਸ ਚੁੱਪਚਾਪ ਸੁਣਦੀ ਰਹੀ। ਦਿਲਪ੍ਰੀਤ ਨੇ ਕੁਝ ਹਲਕਾ ਮਹਿਸੂਸ ਕੀਤਾ। ਥੋੜਾ ਹੌਸਲਾ ਕਰਕੇ ਉਹ ਹੋਰ ਅੱਗੇ ਵਧ ਗਈ। ਮਾਂ ਜੀ, ਆਪਣੀਆਂ ਜ਼ਿੰਦਗੀਆਂ ਵਿੱਚ ਤਾਂ ਚੁੱਲ੍ਹੇ ਦਾ ਧੂੰਆਂ ਹੀ ਲਿਖਿਆ ਰਹਿ ਜਾਂਦਾ। ਪਤਾ ਨਹੀਂ ਮਨ ਦੇ ਚਾਅ ਪੂਰੇ ਕਰਨ ਵਾਲਾ ਖਾਨਾ ਰੱਬ ਕਿਉਂ ਖਾਲੀ ਛੱਡ ਦਿੰਦਾ। ਥੋੜੀ ਦੂਰ ਬੈਠੇ ਝੰਡਾ ਸਿੰਘ ਨੂੰ ਗੁੱਸਾ ਤਾਂ ਪਹਿਲਾਂ ਹੀ ਆ ਰਿਹਾ ਸੀ। ਆਹ ਵਾਕ ਸੁਣ ਉਹ ਅੱਗ ਬਬੂਲਾ ਹੋ ਗਿਆ। ਉਹਨੂੰ ਲੱਗਿਆ ਇਹ ਮੈਨੂੰ ਹੀ ਸੁਣਾ ਰਹੀ ਹੈ। ਇੱਕ ਦੋ ਵਾਰ ਘੂਰੀ ਉਸਨੇ ਪਹਿਲਾਂ ਵੀ ਸੀ, ਪਰ ਉਸ ਦਿਨ ਉਹ ਜ਼ਿਆਦਾ ਗੁੱਸਾ ਖਾ ਗਿਆ। ਉੱਠਿਆ ਤੇ ਕੋਲ ਜਾ ਕੇ ਦਿਲਪ੍ਰੀਤ ਦੀ ਗੱਲ ਤੇ ਤਾੜ ਦੇਣੇ ਸਿੱਧਾ ਇੱਕ ਲਫੇੜਾ ਜੜਤਾ। ਉਹ ਦਿਲਪ੍ਰੀਤ ਨੂੰ ਟੁੱਟ ਕੇ ਪੈ ਗਿਆ। ਤੈਨੂੰ ਪਹਿਲਾਂ ਵੀ ਕਿਹਾ ਸੀ ਧਰਤੀ ਤੇ ਰਿਹਾ ਕਰ, ਪਰ ਤੂੰ ਫੇਰ ਨਹੀਂ ਸਮਝਦੀ। ਪੇਕਿਆਂ ਦਾ ਘਰ ਭੁੱਲ ਗਈ? ਪਸ਼ੂਆਂ ਤੇ ਖੇਤੀ ਵਾਲਾ ਆਪਣਾ ਘਰ ਆ। ਤੂੰ ਇਹਦੇ ਬਾਰੇ ਸੋਚ ਤੇ ਗੱਲ ਕਰ। ਬਾਲੀਆਂ ਸਿਆਣਪਾਂ ਘੋਟੇਂਗੀ, ਤੇਰੀਆਂ ਆਹ ਜਮਾਤਾਂ ਜੀਆਂ ਤੇਰੇ ਦੇ ਦੂੰ। ਝੰਡਾ ਸਿੰਘ ਦੀ ਮਾਂ ਦੇ ਦੋਵੇਂ ਹੱਥ ਮੂੰਹ ਅੱਗੇ ਚਲੇ ਗਏ, ਅੱਖਾਂ ਅੱਡੀਆਂ ਗਈਆਂ, ਪਰ ਛੇਤੀ ਹੀ ਉਹ ਸੰਭਲੀ ਤੇ ਝੰਡੇ ਦੇ ਗਲ ਪੈ ਗਈ। ਕੀ ਪਕਾਈ ਮਾਰੀ ਜਾਂਦਾ? ਅਕਲ ਤੋਂ ਕੰਮ ਲੈ। ਤੇਰੇ ਕੋਲ ਤਾਂ ਅੱਖਰ ਗਿਆਨ ਹੈ ਨਹੀਂ। ਇਹ ਤੋਂ 4 ਅੱਖਰ ਲੈ ਕੇ ਹੀ ਦਿਮਾਗ 'ਚ ਪਾ ਲੈ। ਖਬਰਦਾਰ ਜੇ ਅੱਗੇ ਤੋਂ ਹੱਥ ਚੁੱਕਿਆ। ਦਿਲਪ੍ਰੀਤ ਜਿਹੜੀ ਥੱਪੜ ਵੱਜਣ ਨਾਲ ਇੱਕਦਮ ਬੌਂਦਲੀ ਬੈਠੀ ਸੀ, ਨੂੰ ਅਹਿਸਾਸ ਹੀ ਨਹੀਂ ਸੀ ਝੰਡਾ ਹੱਥ ਵੀ ਚੁੱਕ ਸਕਦਾ। ਥੱਪੜ ਦੀ ਆਵਾਜ਼ ਉਸਦੇ ਕੰਨਾਂ ਵਿੱਚ ਗੂੰਜ ਰਹੀ ਸੀ। ਉਸਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਸਦੇ ਸੁਪਨਿਆਂ ਦੇ ਮਹਿਲ ਵਿੱਚ ਕੋਈ ਧਮਾਕਾ ਹੋ ਗਿਆ ਹੋਵੇ। ਜਿਸ ਤਰ੍ਹਾਂ ਦਾ ਘਰ ਵਾਲਾ ਉਹ ਮਨ ਵਿੱਚ ਸਿਰਜ ਕੇ ਆਈ ਸੀ, ਇਹ ਤਾਂ ਉਸ ਤੋਂ ਉਲਟ ਸੀ। ਕੋਈ ਸਖਤ ਪੱਥਰ ਜਿਸ 'ਤੇ ਪਾਣੀ ਦੀਆਂ ਬੂੰਦਾਂ ਕੋਈ ਅਸਰ ਨਹੀਂ ਕਰ ਸਕਦੀਆਂ। ਨੀਵੀਂ ਪਾਈ ਉਹ ਸੁੰਗੜੀ ਜਿਹੀ ਬੈਠੀ ਸੀ। ਝੰਡਾ ਅਜੇ ਵੀ ਉਸ ਵੱਲ ਘੂਰ ਰਿਹਾ ਸੀ। ਮਾਂ ਜੀ ਦੀ ਇਹ ਗੱਲ ਸੁਣ ਉਹ ਥੋੜਾ ਸਹਿਜ ਹੋਈ ਤੇ ਸਹਿਮੀ ਆਵਾਜ਼ ਵਿੱਚ ਬੋਲੀ, ਕੋਈ ਨਹੀਂ ਸਰਦਾਰ ਜੀ, ਅੱਗੇ ਨੂੰ ਅੱਜ ਵਾਲਾ ਇਹ ਸਬਕ ਯਾਦ ਰੱਖ ਲੂਗੀ। ਉਹ ਦਿਲਪ੍ਰੀਤ ਜਿਹੜੀ ਆਉਣ ਸਾਰ ਘਰ ਨੂੰ ਸੋਹਣਾ ਬਣਾਉਣ ਦੇ ਕੰਮਾਂ ਵਿੱਚ ਜੁਟ ਗਈ ਸੀ, ਹੁਣ ਚੁੱਪ ਜੇ ਰਹਿਣ ਲੱਗ ਪਈ। ਮਨ ਦੇ ਚਾਅ ਤੇ ਸੁਪਨੇ ਦਮ ਤੋੜਦੇ ਲੱਗੇ। ਰੁੱਤਾਂ ਬਦਲੀਆਂ, ਮੌਸਮ ਬਦਲੇ, ਪਰ ਦਿਲਪ੍ਰੀਤ ਲਈ ਕੁਝ ਵੀ ਨਾ ਬਦਲਿਆ। 4 ਚੁਫੇਰੇ ਰੁੱਖਾਂ 'ਤੇ ਤਾਂ ਬਥੇਰੀਆਂ ਬਸੰਤ ਰੁੱਤਾਂ ਆਈਆਂ, ਪਰ ਦਿਲਪ੍ਰੀਤ ਦੇ ਚਿਹਰੇ ਦੀ ਬਸੰਤ ਉਸ ਨਾਲ ਰੁੱਸੀ ਹੀ ਰਹੀ। ਉਲਟਾ ਕਈ ਵਾਰ ਅਣਚਾਹੀਆਂ ਗੰਦੀਆਂ ਗਾਲਾਂ ਤੇ ਝੜਕਾਂ ਜ਼ਰੂਰ ਮਿਲ ਜਾਂਦੀਆਂ। ਹੁਣ ਉਹ ਬਾਹਰ ਵੀ ਘੱਟ ਹੀ ਜਾਂਦੀ। ਸਾਫ਼ ਸਫਾਈ, ਚੁੱਲ੍ਹਾ ਚੌਂਕਾ, ਮੱਝਾਂ ਦੀਆਂ ਧਾਰਾਂ, ਗੋਹਾ ਕੂੜਾ ਤੇ ਵਿਹੜਾ, ਇਹੀ ਉਸ ਦਾ ਦਾਇਰਾ ਤੇ ਇਹੀ ਉਸ ਦਾ ਅਸਮਾਨ। ਝੰਡਾ ਸਿੰਘ ਨੂੰ ਇਹ ਗੱਲ ਰਾਸ ਆਈ ਸੀ। ਇੱਕ ਦਿਨ ਉਸਨੇ ਖੇਤ ਕਪਾਹ ਗੁੱਡਣ ਲਈ ਕਈ ਬੰਦੇ ਇਕੱਠੇ ਕੀਤੇ ਹੋਏ ਸੀ। ਉਸ ਦੀ ਮਾਂ ਗੁਡਾਵਿਆਂ ਦੀ ਹਾਜ਼ਰੀ ਰੋਟੀ ਲਈ ਖੇਤ ਵੱਲ ਆ ਰਹੀ ਸੀ।
ਉਸਦਾ ਗੁਆਂਢੀ ਸੁਖਦੇਵ ਬੋਲਿਆ, ਝੰਡਿਆ, ਰੋਟੀਆਂ ਦਾ ਟੋਕਰਾ ਅਜੇ ਵੀ ਚਾਚੀ ਦੇ ਸਿਰ 'ਤੇ, ਭਰਜਾਈ ਨੂੰ ਬਾਹਰ ਕੱਢਿਆ ਕਰ। ਤੇ ਉਹ ਮਿੰਨਾ ਹੱਸਿਆ ਸੀ। ਝੰਡਾ ਸਿੰਘ ਨੂੰ ਇਹ ਗੱਲ ਚੁਭੀ। ਸੋਹਣੀ ਤੀਵੀਂ ਤੇ ਸਾਲਾ ਹਰੇਕ ਲਾਲਾਂ ਸਿੱਟਣ ਲੱਗ ਜਾਂਦਾ। ਉਸ ਮਨ ਹੀ ਮਨ ਸੋਚਿਆ, ਦਿਲਪ੍ਰੀਤ ਪੜ੍ਹੀ ਲਿਖੀ ਸੀ ਤੇ ਸੋਹਣੀ ਵੀ। ਉਹ ਚਾਹੁੰਦਾ ਸੀ ਇਹ ਘਰ ਹੀ ਰਿਹਾ ਕਰੇ। ਇਸੇ ਦੌਰਾਨ ਮੁੰਡਾ ਪੈਦਾ ਹੋ ਗਿਆ। ਹੁਣ ਦਿਲਪ੍ਰੀਤ ਮੁੰਡੇ ਦੀ ਸਾਂਭ ਸੰਭਾਲ ਵਿੱਚ ਪਰਚੀ ਰਹਿੰਦੀ। 7 ਸਾਲ ਬਾਅਦ ਇੱਕ ਕੁੜੀ ਬਬਲੀ ਪੈਦਾ ਹੋਈ। ਦੋਵਾਂ ਦੀ ਸਾਂਭ ਸੰਭਾਲ ਕਰਦਿਆਂ ਉਸ ਅੰਦਰਲੀ ਚੁਲਬਲੀ ਕੁੜੀ ਤਾਂ ਕਿਧਰੇ ਗਵਾਚ ਹੀ ਗਈ। ਹੁਣ ਉਹ ਦਿਲਪ੍ਰੀਤ ਨਹੀਂ, 2 ਬੱਚਿਆਂ ਦੀ ਮਾਂ ਦਿਲਪ੍ਰੀਤ ਕੌਰ ਹੋ ਗਈ ਸੀ। 2 ਬੱਚਿਆਂ ਦਾ ਬਾਪ ਤਾਂ ਝੰਡਾ ਸਿੰਘ ਵੀ ਹੋ ਗਿਆ ਸੀ, ਪਰ ਉਸ ਵਿੱਚ ਕੋਈ ਤਬਦੀਲੀ ਨਹੀਂ। ਦਿਲਪ੍ਰੀਤ ਵੱਲ ਉਸ ਦਾ ਰਵੱਈਆ ਜਿਉਂ ਦਾ ਤਿਉਂ ਸੀ। ਉਸ ਲਈ ਔਰਤ ਪੈਰ ਦੀ ਜੁੱਤੀ ਮਾਫਕ ਹੀ ਸੀ। ਬੱਚੇ ਵੱਡੇ ਹੁੰਦੇ ਗਏ ਤੇ ਨਾਲ ਹੀ ਦਿਲਪ੍ਰੀਤ ਅੰਦਰਲੇ ਹੌਂਕੇ ਵੀ। ਉਹ ਆਪਣੇ ਮਰ ਰਹੇ ਸੁਪਨਿਆਂ ਤੇ ਚਾਵਾਂ ਦਾ ਝੋਰਾ ਕਰਦੀ। ਕਦੇ ਉਹ ਆਪਣੇ ਹਾਲਾਤ ਨੂੰ ਪੰਜਾਬ ਦੇ ਹਾਲਾਤ ਨਾਲ ਮੇਲਣ ਲੱਗ ਜਾਂਦੀ। ਪੰਜਾਬ ਸਿਆਂ, ਤੂੰ ਵੀ ਸੋਚਦਾ ਹੋਵੇਂਗਾ ਆਜ਼ਾਦੀ ਤੋਂ ਬਾਅਦ ਤੇਰੀ ਟੌਰ ਤੇ ਮੜਕ ਨਿਰਾਲੀ ਹੋ। ਆਜ਼ਾਦ ਭਾਰਤ ਵਿੱਚ ਤੇਰੀ ਝੰਡੀ ਸਭ ਤੋਂ ਉੱਚੀ ਹੋ। ਦੇਖ ਲੈ, ਦਗੜ ਦਗੜ ਕਰਦੇ ਫੌਜੀ ਤੇ ਪੁਲਿਸ ਦੇ ਬੂਟਾਂ ਨੇ ਤੈਨੂੰ ਕਿਵੇਂ ਮਧੋਲ ਕੇ ਰੱਖਤਾ। ਤੇਰੇ ਪੁੱਤ ਇਸ ਤਰ੍ਹਾਂ ਮਰਨਗੇ, ਤੂੰ ਕਦੇ ਸੋਚਿਆ ਵੀ ਨਹੀਂ ਹੋਣਾ। ਮੈਂ ਵੀ ਸੋਚਦੀ ਸੀ ਵਿਆਹ ਤੋਂ ਬਾਅਦ ਮੇਰੀ ਵੱਖਰੀ ਟੌਰ ਹੋ, ਉਡਾਰੀਆਂ ਭਰਨ ਲਈ ਖੁੱਲ੍ਹਾ ਅਸਮਾਨ। ਕਿਧਰੇ ਲੜਖੜਾ ਵੀ ਗਈ ਤਾਂ ਝੰਡਾ ਸਿੰਘ ਦੀਆਂ ਮਜ਼ਬੂਤ ਬਾਹਾਂ। ਹੁਣ ਹਾਲ ਮੇਰਾ ਵੀ ਤੇਰੇ ਵਰਗਾ ਹੀ ਆ। ਕੈਲੇ ਨੇ ਹਠੂਰ ਤੋਂ 10ਵੀਂ ਪਾਸ ਕੀਤੀ। ਪੰਜਾਬ ਦਾ ਮਾਹੌਲ ਖਰਾਬ ਸੀ। ਝੰਡਾ ਸਿੰਘ ਨੇ ਅੱਗੇ ਪੜ੍ਹਾਉਣ ਦੀ ਥਾਂ ਕੈਲੇ ਨੂੰ ਆਪਣੇ ਨਾਲ ਖੇਤੀ ਦੇ ਕੰਮ ਵਿੱਚ ਲਾ ਲਿਆ। ਬਾਪ ਨਾਲ ਖੇਤੀ ਕਰਦਿਆਂ ਕੈਲੇ ਦੇ 7 ਸਾਲ ਕਦ ਲੰਘ ਗਏ ਪਤਾ ਹੀ ਨਹੀਂ ਸੀ ਲੱਗਿਆ। ਇੱਕ ਦਿਨ ਉਹ ਸੋਚਿਆ, ਇਹਨਾਂ 7 ਸਾਲਾਂ ਵਿੱਚ ਵੀ ਘਰ ਦੀ ਹਾਲਤ ਕੋਈ ਬਹੁਤੀ ਨਹੀਂ ਸੁਧਰੀ। ਉਹ ਬਾਪੂ ਨੂੰ ਕਹਿਣ ਲੱਗਾ, ਬਾਪੂ, ਜ਼ਮੀਨ ਚੱਜ ਨਾਲ ਢਿੱਡ ਤਾਂ ਭਰਦੀ ਨਹੀਂ, ਫਿਰ ਮਿੱਟੀ ਨਾਲ ਮਿੱਟੀ ਹੋਣ ਦਾ ਕੀ ਫਾਇਦਾ। ਸਾਰੀ ਉਮਰ ਤੇਰੀ ਲੰਘ ਗਈ ਤੇ ਇੱਦਾਂ ਹੀ ਮੇਰੀ ਲੰਘ ਜੂ। ਥੋੜ੍ਹੀ ਜ਼ਮੀਨ ਵੇਚ ਕੇ ਮੈਨੂੰ ਬਾਹਰ ਹੀ ਭੇਜ ਦੇ, ਜਾਂ ਫਿਰ ਮੈਨੂੰ ਟਰਾਲਾ ਲੈ ਦੇ। ਮੈਂ ਨਹੀਂ ਹੁਣ ਖੇਤੀ ਕਰਨੀ। ਪੰਜਾਬ ਦਾ ਮਾਹੌਲ ਕੁਝ ਠੀਕ ਹੋ ਰਿਹਾ ਸੀ। ਬਾਪੂ ਟਰਾਲਾ ਖਰੀਦਣ ਲਈ ਮੰਨ ਗਿਆ। 2 ਕਿੱਲੇ ਗਹਿਣੇ ਧਰ ਕੇ ਕੁਛ ਪੈਸੇ ਇੱਧਰ ਉੱਧਰੋਂ ਫੜੇ, ਪੂਰੇ ਫਿਰ ਨਾ ਹੋਏ। ਦਿਲਪ੍ਰੀਤ ਕੌਰ ਸੋਚਣ ਲੱਗੀ, ਕਿਉਂ ਨਾ ਆਪਣਾ ਸੋਨਾ ਦੇ ਦੇਵਾਂ। ਮੇਰਾ ਤਾਂ ਕੋਈ ਚਾਅ ਪੂਰਾ ਨਹੀਂ ਹੋਇਆ, ਚੱਲ ਮੁੰਡੇ ਦਾ ਚਾਅ ਤਾਂ ਪੂਰਾ ਹੋਵੇ। ਇਹਦਾ ਬਾਪੂ ਤਾਂ ਕਦੇ ਘੁਮਾ ਕੇ ਨਹੀਂ ਲਿਆਇਆ। ਕਿਸੇ ਬਹਾਨੇ ਮੁੰਡੇ ਨਾਲ ਹੀ ਟਰੱਕ 'ਤੇ ਘੁੰਮ ਲਿਆ ਕਰਾਂਗੇ। ਉਸਨੇ ਕੰਨਾਂ ਦੀਆਂ ਵਾਲੀਆਂ ਰੱਖ ਕੇ ਬਾਕੀ ਛਾਪ, ਚੈਨੀਆਂ ਤੇ ਜੋ ਵੀ ਸੋਨਾ ਸੀ ਝੰਡਾ ਸਿੰਘ ਦੇ ਅੱਗੇ ਜਾ ਧਰਿਆ। ਆ ਚੱਕੋ ਸੋਨਾ, ਪਰ ਕਾਪੀ ਮੇਰੇ ਨਾਲ ਕਰਵਾ ਦਿਓ। ਸੋਨਾ ਨਾ ਸਹੀ, ਟਰਾਲੇ ਦਾ ਹੀ ਹੌਸਲਾ ਤਾਂ ਰਹੂ, ਉਸ ਸੋਚਿਆ। ਝੰਡਾ ਸਿੰਘ ਅੜ ਗਿਆ ਕਿ ਕਾਪੀ ਮੁੰਡੇ ਦੇ ਨਾਂ ਬਣੂ। ਮੇਰੇ ਨਾਂ ਤੇ ਬਣ ਗਈ, ਫਿਰ ਕਿਹੜਾ ਮੈਂ ਪੇਕੀ ਲੈ ਜੂ। ਟਰਾਲਾ ਰਹੂ ਤਾਂ ਫਿਰ ਵੀ ਘਰੇ ਹੀ, ਚਲਾਊ ਵੀ ਮੁੰਡਾ ਹੀ। ਬਾਪੂ, ਚੱਲ ਮਾਂ ਦੇ ਨਾਂ ਕਾਪੀ ਬਣ ਜੂ, ਫਿਰ ਵੀ ਕੀ ਆ, ਚਲਾਉਣਾ ਤਾਂ ਮੈਂ ਹੀ ਆ। ਕੈਲਾ ਵੀ ਕਹਿਣ ਲੱਗ ਪਿਆ। ਕਈ ਦਿਨ ਤਾਂ ਝੰਡਾ ਸਿੰਘ ਅੜਿਆ ਰਿਹਾ, ਪਰ ਫਿਰ ਕੈਲੇ ਦੇ ਕਹਿਣ 'ਤੇ ਉਹ ਮੰਨ ਗਿਆ। ਚੱਲ ਜੀ, ਕਾਪੀ ਦਿਲਪ੍ਰੀਤ ਕੌਰ ਦੇ ਨਾਂ ਬਣ ਗਈ। ਕਿਸ਼ਤਾਂ 'ਤੇ ਟਰਾਲਾ ਘਰੇ ਆ ਖੜਾ। ਪੋਤੇ ਨੂੰ ਨੌਕਰੀ ਨਾ ਮਿਲਣਾ, 2 ਕਿੱਲੇ ਗਹਿਣੇ ਟਿਕ ਜਾਣੇ ਤੇ ਹੁਣ ਟਰਾਲੇ ਦੀਆਂ ਕਿਸ਼ਤਾਂ। ਝੰਡਾ ਸਿੰਘ ਦਾ ਬਾਪ ਇਸ ਗੱਲ ਦਾ ਗਮ ਮੰਨ ਗਿਆ। ਟਰਾਲਾ ਘਰ ਆਉਣ ਤੋਂ 3 ਕੁ ਮਹੀਨੇ ਬਾਅਦ ਹੀ ਉਹ ਦਮ ਤੋੜ ਗਿਆ। ਆਪਣੇ ਘਰ ਵਾਲੇ ਦਾ ਦੁੱਖ ਮੰਨ 2 ਮਹੀਨੇ ਬਾਅਦ ਹੀ ਝੰਡਾ ਸਿੰਘ ਦੀ ਮਾਂ ਵੀ ਚੱਲ ਵਸੀ। ਦੁੱਖ ਤਾਂ ਸਭ ਨੂੰ ਸੀ, ਪਰ ਮਰਿਆਂ ਨਾਲ ਮਰਿਆ ਵੀ ਤਾਂ ਨਹੀਂ ਜਾਂਦਾ। ਅਗਲੇ ਸਾਲ ਕੈਲੇ ਦਾ ਵਿਆਹ ਹੋ ਗਿਆ। 12 ਜਮਾਤਾਂ ਪਾਸ ਨਵੀਂ ਬਹੂ ਜੱਸੀ ਘਰੇ ਆ ਗਈ। ਕੈਲਾ ਟਰੱਕ ਲੈ ਕੇ ਗਿਆ ਹੁੰਦਾ ਤਾਂ ਜੱਸੀ ਬੀਬੀ ਜੀ ਕਰਦੀ ਤੇ ਸੱਸ ਦੇ ਨੇੜੇ ਨੇੜੇ ਰਹਿੰਦੀ। ਕੈਲਾ ਘਰ ਹੁੰਦਾ, ਜੱਸੀ ਤੇ ਕੈਲਾ ਚੁਬਾਰੇ ਚੜੇ ਰਹਿੰਦੇ, ਜਿਹੜਾ ਕੈਲੇ ਦੇ ਵਿਆਹ ਵੇਲੇ ਹੀ ਬਣਾਇਆ ਸੀ। ਕੈਲਾ ਜੱਸੀ ਨੂੰ ਕਈ ਵਾਰ ਸ਼ਹਿਰ ਵੀ ਘੁਮਾ ਲਿਆਇਆ ਸੀ। ਦਿਲਪ੍ਰੀਤ ਨੂੰ ਆਪਣਾ ਟਾਈਮ ਯਾਦ ਆਉਂਦਾ ਤੇ ਉਦਾਸ ਹੋ ਜਾਂਦੀ। ਜੱਸੀ ਜਦ ਬੀਬੀ ਜੀ ਕਹਿ ਕੇ ਬੁਲਾਉਂਦੀ ਤਾਂ ਉਸ ਨੂੰ ਹੌਲ ਜਿਹਾ ਪੈਂਦਾ। ਮਨਾ, ਮੈਂ ਸੱਸ ਬਣ ਗਈ। ਕਹਿੰਦੇ ਵੱਡੇ ਸ਼ਹਿਰਾਂ ਦੇ ਤਾਂ ਬਾਜ਼ਾਰ ਹੀ ਨਹੀਂ ਮਾਣ, ਹਰ ਵੇਲੇ ਉੱਥੇ ਮੇਲੇ ਵਰਗਾ ਮਾਹੌਲ ਹੁੰਦਾ। ਟੁੱਟ ਪੈਣਾ, ਕਦੇ ਮੋਗਾ ਜਗਰਾਵਾਂ ਹੀ ਘੁਮਾ ਲਿਆਉਂਦਾ। ਭੋਰਾ ਚੱਜ ਨਹੀਂ ਕਿ ਜਨਾਨੀਆਂ ਦੇ 100 ਚਾਅ ਹੁੰਦੇ ਨੇ। ਝੁੱਡੂ ਕਿਸੇ ਥਾਂ ਦਾ, ਝੰਡਾ ਨਹੀਂ
ਇਹਦਾ ਨਾਂ ਤਾਂ ਝੁੱਡੂ ਸਿੰਘ ਹੋਣਾ ਚਾਹੀਦਾ ਸੀ। ਕਈ ਵਾਰ ਉਸ ਦਾ ਮਨ ਬਾਗੀ ਹੋ ਉੱਠਦਾ, ਤਰ੍ਹਾਂ ਤਰ੍ਹਾਂ ਦੇ ਖਿਆਲ ਆਉਂਦੇ। ਮਾਪਿਆਂ ਨੇ ਦਿਲਪ੍ਰੀਤ ਨਾਂ ਰੱਖ ਕੇ ਇਹਦੇ ਲੜ ਲਾਤੀ। ਦਿਲ ਦੀ ਤਾਂ ਅਜੇ ਇੱਕ ਵੀ ਪ੍ਰੀਤ ਪੂਰੀ ਨਹੀਂ ਹੋਈ। ਕੈਲੇ ਦੇ ਵਿਆਹ ਨੂੰ 6 ਮਹੀਨੇ ਹੋ ਚੁੱਕੇ ਸਨ। ਦਿਲਪ੍ਰੀਤ ਕੈਲੇ ਤੇ ਆਸ ਰੱਖਣ ਲੱਗੀ। ਉਹ ਕੈਲੇ ਨੂੰ ਕਹਿਣ ਲੱਗੀ, ਚਲੋ ਆਪਾਂ ਸਾਰਾ ਪਰਿਵਾਰ ਹਜੂਰ ਸਾਹਿਬ ਚੱਲ ਕੇ ਆਈਏ। ਚੱਲਾਂਗੇ ਬੀਬੀ, ਜ਼ਰੂਰ ਚੱਲਾਂਗੇ। ਕੈਲੇ ਨੇ ਗੱਲ ਟਾਲ ਦਿੱਤੀ। ਮਹੀਨੇ ਕੁ ਬਾਅਦ ਫਿਰ ਕਿਹਾ, ਫਿਰ ਉਹੀ ਜਵਾਬ। ਸਾਲ ਲੰਘ ਗਿਆ, ਕੋਈ ਅਸਰ ਨਹੀਂ। ਫਿਰ ਉਸਨੇ ਪਟਨਾ ਸਾਹਿਬ ਜਾਣ ਲਈ ਕਹਿਣਾ ਸ਼ੁਰੂ ਕਰ ਦਿੱਤਾ। ਉਹ ਗੱਲ ਵੀ ਵਿੱਚੇ ਲਟਕਦੀ ਰਹੀ। 3 ਸਾਲ ਹੋ ਗਏ ਸੀ ਟਰਾਲੇ ਲਏ ਨੂੰ, ਪਰ ਦਿਲਪ੍ਰੀਤ ਕੌਰ ਨੇ ਇਹਦੇ 'ਚ ਬਹਿ ਕੇ ਨਹੀਂ ਸੀ ਦੇਖਿਆ। ਉਹ ਚਾਹੁੰਦੀ ਸੀ ਉੱਡ ਕੇ ਜਗਰਾਵਾਂ, ਮੋਗਾ, ਲੁਧਿਆਣਾ ਸਭ ਸ਼ਹਿਰ ਘੁੰਮਾਵਾਂ, ਪਰ ਜਾਵੇ ਕਿਵੇਂ? ਕੈਲੇ ਵੱਲੋਂ ਵੀ ਦਿਲਪ੍ਰੀਤ ਕੌਰ ਦਾ ਮਨ ਫਿੱਕਾ ਪੈਣ ਲੱਗ ਪਿਆ। ਸੁਣਦਾ ਹੀ ਨਹੀਂ ਸੀ। ਉਹਨੂੰ ਤਾਂ ਜੱਸੀ ਤੋਂ ਹੀ ਵੇਲ ਨਹੀਂ ਸੀ। ਦਿਲਪ੍ਰੀਤ ਕੌਰ ਦੀ ਧੀ ਬਬਲੀ ਕੈਲੇ ਤੋਂ 7 ਸਾਲ ਛੋਟੀ ਸੀ। ਉਸਨੇ ਵਧੀਆ ਨੰਬਰਾਂ 'ਚ 12ਵੀਂ ਪਾਸ ਕਰਕੇ ਲੁਧਿਆਣੇ ਕਾਲਜ 'ਚ ਦਾਖਲਾ ਲੈਣ ਦੀ ਇੱਛਾ ਜ਼ਾਹਿਰ ਕੀਤੀ। ਚੰਡਾ ਸਿੰਘ ਫੇਰ ਅੜ ਗਿਆ। ਬਸ ਪੁੱਤ, ਬਥੇਰੀਆਂ ਨੇ 12, ਹੁਣ ਤੂੰ ਆਪਣੇ ਘਰਾਂ ਵਾਲੇ ਕੰਮ ਸਿੱਖ। ਬਹੁਤੀ ਪੜ੍ਹਾਈ ਕੋਈ ਕੰਮ ਨਹੀਂ ਆਉਂਦੀ। ਬਬਲੀ ਮਾਂ ਦੇ ਗਲ ਪੈ ਗਈ। ਮਾਂ, ਤੂੰ 8 ਪਾਸ ਕਰਕੇ ਆਈ ਤੇ ਆਹ ਘਰ ਦੇ ਕੰਮ ਕੀਤੇ। ਭਾਬੀ 12ਵੀਂ ਕਰਕੇ ਆਈ ਤੇ ਹੁਣ ਉਹ ਵੀ ਆਹੀ ਕੰਮ ਕਰਦੀ ਹੈ। ਜੇ ਮੈਂ ਵੀ ਇਹੀ ਕੰਮ ਕਰਨੇ ਨੇ, ਫਿਰ ਮੈਨੂੰ ਸਕੂਲੇ ਭੇਜਣ ਦੀ ਕੀ ਲੋੜ ਸੀ? ਮੈਂ ਤਾਂ ਕੁਝ ਵੱਖਰਾ ਕਰਨਾ, ਤੇ ਉਹ ਕਾਲਜ ਦੀ ਪੜ੍ਹਾਈ ਕਰਕੇ ਹੀ ਹੋ ਸਕਦਾ। ਕੁੜੀ ਦੀਆਂ ਗੱਲਾਂ ਸੁਣ ਦਿਲਪ੍ਰੀਤ ਕੌਰ ਨੂੰ ਹੈਰਾਨੀ ਤੇ ਖੁਸ਼ੀ ਵੀ ਹੋਈ। ਸੋਚਣ ਲੱਗੀ, ਇਹਦੇ ਬਹਾਨੇ ਮੈਂ ਵੀ ਲੁਧਿਆਣਾ ਸ਼ਹਿਰ ਦੇਖ ਲਵਾਂਗੀ। ਉਸਨੇ ਬਬਲੀ ਨੂੰ ਕਾਲਜ ਭੇਜਣ ਦੀ ਪੂਰੀ ਧਾਰ ਲਈ। ਕਾਟੋ ਕਲੇਸ਼ ਤਾਂ ਘਰ 'ਚ ਚੱਲਦਾ ਹੀ ਰਹਿੰਦਾ। ਹੁਣ ਫੇਰ ਕਾਫੀ ਤੂੰ ਮੈਂ ਹੋਈ। ਪਹਿਲਾਂ ਤਾਂ ਕੈਲਾ ਵੀ ਵਿਰੁੱਧ ਸੀ, ਪਰ ਬਾਅਦ ਵਿੱਚ ਉਹ ਵੀ ਬਬਲੀ ਨਾਲ ਸਹਿਮਤ ਹੋ ਗਿਆ। ਅਖੀਰ ਝੰਡਾ ਸਿੰਘ ਨੂੰ ਵੀ ਮੰਨਣਾ ਪਿਆ ਤੇ ਉਹ ਕੁੜੀ ਨੂੰ ਕਾਲਜ ਭੇਜਣ ਲਈ ਰਾਜ਼ੀ ਹੋ ਗਿਆ। ਪਰ ਉਹ ਢਿੱਡੋਂ ਖੁਸ਼ ਨਹੀਂ ਸੀ। ਦਿਲਪ੍ਰੀਤ ਕੌਰ ਪੂਰੀ ਖੁਸ਼। ਲੁਧਿਆਣਾ ਵੱਡਾ ਸ਼ਹਿਰ, ਵੱਡੀਆਂ ਗੱਲਾਂ, ਖੁੱਲ੍ਹਾ ਮਾਹੌਲ। ਕਾਲਜ ਜਾਣ ਤੋਂ ਬਾਅਦ ਬਬਲੀ ਦੀ ਹਵਾ ਹੀ ਬਦਲਣ ਲੱਗ ਪਈ। ਘਰ ਆਉਂਦੀ ਤਾਂ ਹੁੱਬ ਕੇ ਕਾਲਜ ਤੇ ਲੁਧਿਆਣੇ ਦੀਆਂ ਗੱਲਾਂ ਕਰਦੀ। ਮਾਵਾਂ ਧੀਆਂ ਦੀਆਂ ਗੱਲਾਂ ਮੁੱਕਣ 'ਚ ਹੀ ਨਾ ਆਉਂਦੀਆਂ। ਪੁਰਾਣੀ ਸਦੀ ਖਤਮ ਹੋਣ ਵੱਲ ਵੱਧ ਰਹੀ ਸੀ ਤੇ ਕਾਲਜ ਵਿੱਚ, ਖਾਸ ਕਰਕੇ ਕੁੜੀਆਂ ਵਿੱਚ, ਇੱਕ ਨਵਾਂ ਹੀ ਜੋਸ਼ ਤੇ ਉਤਸ਼ਾਹ ਸੀ। ਆ ਤੇਰਾ ਪਿਓ ਤਾਂ ਨਿਰਾ ਮਿੱਟੀ ਦਾ ਮਾਧੋ ਆ, ਮਿੱਟੀ ਨਾਲ ਘੁਲਣਾ ਜਾਣਦਾ ਬਸ। ਨਾ ਚੱਜ ਦਾ ਖਾਣਾ, ਨਾ ਹੰਡਾਉਣਾ। ਵਿਆਹ ਤੋਂ ਬਾਅਦ ਮੈਂ ਹਰ ਰੋਜ਼ ਇਹਦੇ ਕੱਪੜੇ ਧੋਂਦੀ, ਚੱਕ ਕੇ ਉਹੀ ਮਿੱਟੀ ਕੱਟੇ ਵਾਲਾ ਕੁੜਤਾ ਪਾ ਲਿਆ ਕਰੇ, ਉਲਟਾ ਝੜਕਿਆ ਕਰੇ। ਰੋਜ਼ ਸਾਬਣ ਮਲਦੀ ਰਹਿੰਦੀ ਆ। 2-3 ਦਿਨਾਂ ਬਾਅਦ ਕੱਪੜੇ ਧੋਇਆ ਕਰ। ਸਾਫ਼ ਕੱਪੜਿਆਂ ਨਾਲ ਖੇਤੀ ਨਹੀਂ ਹੁੰਦੀ। ਇਹਦਾ ਕਰਕੇ ਮੇਰਾ ਅਸਮਾਨ ਤਾਂ ਆ ਵਿਹੜੇ ਤੱਕ ਸੁੰਗੜ ਕੇ ਰਹਿ ਗਿਆ। ਤੂੰ ਕੋਈ ਵੱਡੇ ਅਸਮਾਨ ਦੀ ਤਲਾਸ਼ ਕਰੀ। ਆਪਣਾ ਭਲਾ ਆਪੇ ਸੋਚ ਲਈ। ਦਿਲਪ੍ਰੀਤ ਕੌਰ ਹੁਣ ਬਬਲੀ ਨੂੰ ਇਹ ਮੱਤਾਂ ਵੀ ਦੇਣ ਲੱਗ ਪਈ। ਬਬਲੀ ਆਪਣੀ ਭਾਬੀ ਜੱਸੀ ਨਾਲ ਬਹੁਤੀ ਗੱਲ ਨਹੀਂ ਸੀ ਕਰਦੀ। ਇਹ ਉਸ ਦਾ ਆਪਣਾ ਫੈਸਲਾ ਸੀ ਜਾਂ ਮਾਂ ਨੇ ਕੁਝ ਕਿਹਾ, ਪਤਾ ਨਹੀਂ। ਜੱਸੀ ਜੇ ਕੋਈ ਗੱਲ ਛੇੜਦੀ ਵੀ ਤਾਂ ਬਬਲੀ ਟਾਲ ਦਿੰਦੀ। ਬਬਲੀ ਦੀਆਂ ਗੱਲਾਂ ਤੇ ਰੰਗ ਢੰਗ ਤੋਂ ਜੱਸੀ ਥੋੜਾ ਫਿਕਰ ਵੀ ਕਰਦੀ। ਕਈ ਵਾਰ ਉਸ ਸੋਚਿਆ ਕੈਲੇ ਨੂੰ ਕਹੇ ਕਿ ਉਹ ਬਬਲੀ ਦਾ ਖਿਆਲ ਰੱਖਣ, ਪਰ ਡਰਦੀ ਚੁੱਪ ਹੀ ਰਹੀ। ਕਾਲਜ ਦਾ ਖੁੱਲ੍ਹਾ ਮਾਹੌਲ ਤੇ ਮਾਂ ਦੀਆਂ ਗੱਲਾਂ ਦਾ ਅਸਰ। ਬਬਲੀ ਨੱਥੋਵਾਲ ਦੇ ਮੁੰਡੇ ਗੁਰਜੰਟ ਨਾਲ ਘੁੰਮਣ ਫਿਰਨ ਲੱਗੀ। ਗੁਰਜੰਟ ਮਿਸਤਰੀਆਂ ਦਾ ਮੁੰਡਾ ਸੀ, ਪਰ ਤਕੜੇ ਘਰ ਦਾ। ਉਹ ਇਕੱਠੇ ਜ਼ਿੰਦਗੀ ਬਾਰੇ ਕਈ ਤਰ੍ਹਾਂ ਦੇ ਸੁਪਨੇ ਲੈਣ ਲੱਗੇ। ਦਿਨੋਂ ਦਿਨ ਬਬਲੀ ਹੋਰ ਦੀ ਹੋਰ ਹੀ ਹੁੰਦੀ ਜਾ ਰਹੀ ਸੀ। ਕਿੰਨਾ ਕੁ ਚਿਰ ਲੁੱਕ ਰੱਖਦੀ। ਇੱਕ ਦਿਨ ਸਭ ਕੁਝ ਮਾਂ ਨੂੰ ਦੱਸ ਦਿੱਤਾ। ਸੁਣ ਕੇ ਮਾਂ ਸੁੰਨ ਜਿਹੀ ਹੋ ਗਈ। ਗੁੱਸਾ ਕੀਤਾ ਤੇ ਕਈ ਕੁਝ ਬੋਲੀ। ਮਾਂ, ਤੂੰ ਹੀ ਤਾਂ ਕਹਿੰਦੀ ਹੁੰਦੀ ਸੀ ਆਪਣਾ ਭਲਾ ਆਪ ਸੋਚ ਲਈ। ਭਲਾ ਸੋਚਣ ਨੂੰ ਕਿਹਾ, ਇਹ ਤਾਂ ਨਹੀਂ ਕਿਹਾ ਸੀ ਮਿਸਤਰੀਆਂ ਦੇ ਮੁੰਡੇ ਨਾਲ ਘਰੋਂ ਨਿਕਲ ਜੀ। ਮਾਂ, ਗੁਰਜੰਟ ਦੇ ਪਿਤਾ ਜੀ ਸੂਬੇਦਾਰੀ ਪੈਨਸ਼ਨ ਆਏ ਨੇ। ਲੁਧਿਆਣੇ ਇੱਕ ਘਰ ਆ ਜੋ ਕਿਰਾਏ 'ਤੇ ਦਿੱਤਾ ਹੋਇਆ। ਪਿੰਡ 'ਚ ਚੰਗੀ ਜ਼ਮੀਨ ਤੇ ਵਧੀਆ ਘਰ ਆ। ਉਹ ਬਹੁਤ ਸਿਆਣਾ ਤੇ ਮੈਨੂੰ ਬਹੁਤ ਪਿਆਰ ਕਰਦਾ। ਨਾਲੇ ਮੈਂ ਅਜੇ ਕਿਤੇ ਨਿਕਲੀ ਨਹੀਂ, ਤੇਰੇ ਕੋਲ ਬੈਠੀ ਹਾਂ। ਗੁਰਜੰਟ ਨੂੰ ਮਿਲੇਂਗੀ
ਤਾਂ ਸਭ ਸ਼ੰਕੇ ਦੂਰ ਹੋ ਜਾਣਗੇ। ਚੰਗਾ, ਹੁਣ ਵੇਖੀ ਕਿਤੇ ਆਪਣੇ ਪਿਓ ਤੇ ਕੇਲੇ ਮੂਹਰੇ ਨਾ ਪਾਸਰ ਪਵੀਂ। ਆਪ ਤਾਂ ਛਿੱਤਰ ਖਾਏਂਗੀ, ਨਾਲ ਮੇਰੇ ਵੀ ਪੈਣਗੇ। ਦਿਲਪ੍ਰੀਤ ਕੌਰ ਦੁਚਿੱਤੀ ਵਿੱਚ ਸੀ। ਕਦੇ ਸੋਚਦੀ ਇਹਨੇ ਠੀਕ ਕੀਤਾ ਤੇ ਕਦੇ ਗਲਤ ਲੱਗਦਾ। ਇਹਦੇ ਪਿਓ ਨੇ ਤਾਂ ਕਦੇ ਨਹੀਂ ਮੰਨਣਾ। ਮਿਸਤਰੀਆਂ ਦਾ ਮੁੰਡਾ ਸੁਣ, ਉਹਨੇ ਤਾਂ ਡਾਂਗ ਚੱਕ ਲੈਣੀ ਆ। ਜੱਸੀ ਨੂੰ ਸੱਸ ਦੀ ਬੋਲਚਾਲ ਤੇ ਸੁਭਾਅ ਵਿੱਚ ਤਬਦੀਲੀ ਮਹਿਸੂਸ ਹੋਣ ਲੱਗੀ। ਬਬਲੀ ਵੀ ਚੱਜ ਨਾਲ ਗੱਲ ਨਹੀਂ ਕਰਦੀ। ਬੀਬੀ ਵੀ ਚੁੱਪ ਜੇ ਰਹਿਣ ਲੱਗ ਪਈ। ਗੱਲ ਕੀ ਹੋਈ? ਕੇਲਾ ਬੀਬੀ ਨਾਲ ਗੱਲ ਕਿਉਂ ਨਹੀਂ ਕਰਦਾ? ਕੱਲ ਨੂੰ ਕੋਈ ਗੱਲ ਹੋ ਗਈ, ਕਿਤੇ ਮੇਰੇ ਤੇ ਨਾ ਗੁੱਸਾ ਕੱਢਣ ਲੱਗ ਜੇ। ਇਹਨੇ ਤਾਂ ਕਹਿ ਦੇਣਾ ਤੂੰ ਨਿਗਾਹ ਨਹੀਂ ਰੱਖੀ। ਇੱਕ ਦਿਨ ਮਨ ਕਰੜਾ ਕਰਕੇ ਜੱਸੀ ਨੇ ਕੇਲੇ ਨੂੰ ਕਿਹਾ, ਜੀ ਬਬਲੀ ਮੇਰੇ ਨਾਲ ਤਾਂ ਕੋਈ ਗੱਲ ਨਹੀਂ ਕਰਦੀ, ਤੁਸੀਂ ਹੀ ਉਸਦੀ ਖਬਰਸਾਰ ਲਿਆ ਕਰੋ। ਅੱਜ ਕੱਲ੍ਹ ਵੱਡੇ ਸ਼ਹਿਰਾਂ 'ਚ ਬਥੇਰਾ ਉਲਟਾ ਸਿੱਧਾ ਵਾਪਰੀ ਜਾਂਦਾ, ਖਿਆਲ ਕਰਨਾ ਤਾਂ ਬਣਦਾ ਹੀ ਆ। ਬੀਬੀ ਬੈਠੀ ਤਾਂ ਹੈ, ਮੈਂ ਕੀ ਕਰਨਾ? ਨਾਲੇ ਐਵੇਂ ਸ਼ੱਕ ਨਾ ਕਰੀ ਜਾ, ਘਰ 'ਚ ਨਵੀਂ ਲੜਾਈ ਨਾ ਪਵਾ ਦੀ ਕਿਤੇ। ਬਾਪੂ ਦੇ ਸੁਭਾਅ ਦਾ ਵੀ ਤੈਨੂੰ ਪਤਾ। ਜੱਸੀ ਡਰ ਗਈ ਤੇ ਮੁੜ ਕੇ ਕਦੇ ਗੱਲ ਨਹੀਂ ਛੇੜੀ। ਵੈਸੇ ਜੱਸੀ ਨੂੰ ਸ਼ੱਕ ਸੀ, ਮਾਵਾਂ ਧੀਆਂ ਵਿੱਚ ਕੋਈ ਖਿਚੜੀ ਪੱਕ ਰਹੀ ਆ। ਦਿਲਪ੍ਰੀਤ ਕੌਰ ਗੁਰਜੰਟ ਬਾਰੇ ਬਬਲੀ ਤੋਂ ਹੋਰ ਵੀ ਬਹੁਤ ਕੁਝ ਪੁੱਛਣ ਲੱਗ ਪਈ। ਇੱਕ ਦਿਨ ਉਸ ਬਬਲੀ ਨੂੰ ਕਿਹਾ, ਕੁੜੀਏ ਉਹਨੂੰ ਕਹਿ ਜੇ ਸੱਚੇ ਦਿਲੋਂ ਮੈਨੂੰ ਪਿਆਰ ਕਰਦਾ ਤੇ ਮੇਰੇ ਨਾਲ ਵਿਆਹ ਕਰਵਾਉਣਾ ਤਾਂ ਮੈਂ ਨੱਥੋਵਾਲ ਪਿੰਡ 'ਚ ਨਹੀਂ ਰਹਿਣਾ। ਕਹਿ ਮੈਂ ਤਾਂ ਲੁਧਿਆਣੇ ਰਹੂੰ ਤੇ ਨਾਲੇ ਲੁਧਿਆਣੇ ਘਰ ਲੈਣਾ ਪਊ। ਉਸਨੇ ਸੋਚਿਆ ਪਤਾ ਲੱਗ ਜੂ ਮੁੰਡਾ ਕਿੰਨਾ ਕੁ ਗੰਭੀਰ ਆ। ਬਬਲੀ ਨੂੰ ਮਾਂ ਵੱਲੋਂ ਹੁਣ ਕੋਈ ਫਿਕਰ ਨਹੀਂ ਸੀ। ਉਹ ਸੋਚਦੀ ਮਾਂ ਦੇ ਸਟੈਂਡ ਕਰਕੇ ਹੀ ਮੈਂ ਕਾਲਜ ਪਹੁੰਚ ਸਕੀ। ਜੇ ਗੁਰਜੰਟ ਮੰਨ ਗਿਆ, ਮੈਂ ਵੀ ਮਾਂ ਦੇ ਅਧੂਰੇ ਸੁਪਨੇ ਪੂਰੇ ਕਰਨ ਦੀ ਕੋਸ਼ਿਸ਼ ਕਰੂੰਗੀ। ਕੇਲੇ ਤੇ ਬਾਪੂ ਦਾ ਉਸਨੂੰ ਪੂਰਾ ਹੀ ਡਰ ਸੀ। ਉਸਨੂੰ ਪਤਾ ਸੀ ਗੁਰਜੰਟ ਦਾ ਘਰ ਸਾਡੇ ਨਾਲੋਂ ਚੰਗਾ, ਪਰ ਮਿਸਤਰੀ ਪੁਣੇ ਵਾਲੀ ਗੱਲ ਬਾਪੂ ਨੂੰ ਕਦੇ ਹਜਮ ਨਹੀਂ ਆਉਣੀ। ਉਸਨੇ ਗੁਰਜੰਟ ਨਾਲ ਗੱਲ ਕੀਤੀ, ਗੁਰਜੰਟ ਮੇਰੇ ਬਾਪੂ ਤੇ ਭਰਾ ਨੇ ਕਦੇ ਨਹੀਂ ਮੰਨਣਾ ਕਿ ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਵਾਵਾਂ। ਜੇ ਤੂੰ ਸੱਚੇ ਮਨੋਂ ਮੈਨੂੰ ਚਾਹੁੰਦਾ ਤਾਂ ਲੁਧਿਆਣੇ ਕਰ ਲੈ ਲਾ। ਲੁਧਿਆਣੇ ਤਾਂ ਮੈਂ ਬਾਪ ਤੇ ਭਰਾ ਤੋਂ ਬਾਹਰੀ ਹੋ ਕੇ ਵੀ ਆ ਜਾਊਂ, ਪਰ ਮੈਂ ਨੱਥੋਵਾਲ ਪਿੰਡ ਵਿੱਚ ਨਹੀਂ ਰਹਿਣਾ। ਪਿੰਡ 'ਚ ਜਨਾਨੀਆਂ ਦੀਆਂ ਗੱਲਾਂ ਮੈਥੋਂ ਨਹੀਂ ਸੁਣ ਹੋਣੀਆਂ। ਗੁਰਜੰਟ ਨੂੰ ਫਿਕਰ ਹੋ ਗਿਆ, ਗੁੱਸਾ ਵੀ ਆਇਆ, ਪਰ ਉਹ ਬਬਲੀ ਦੇ ਪਿਆਰ ਵਿੱਚ ਇੰਨਾ ਖੁੱਭ ਗਿਆ ਸੀ ਕਿ ਪਾਸੇ ਹੋਣ ਨੂੰ ਮਨ ਹੀ ਨਹੀਂ ਸੀ ਮੰਨ ਰਿਹਾ। ਜੱਟਾਂ ਦੇ ਘਰਾਂ ਦਾ ਮਾਹੌਲ ਤੇ ਬਬਲੀ ਦੇ ਸਮੱਸਿਆ ਨੂੰ ਵੀ ਸਮਝਦਾ ਸੀ। ਸਾਰੀ ਗੱਲ ਉਸ ਆਪਣੀ ਮਾਂ ਨਾਲ ਸਾਂਝੀ ਕੀਤੀ। ਮਾਂ ਨੂੰ ਬੁਰਾ ਲੱਗਿਆ ਤੇ ਡਰ ਵੀ। ਪੁੱਤ ਹੋਰ ਨਾ ਜੱਟ ਕਿਤੇ ਤੇਰਾ। ਮਾਂ ਮੈਂ ਬਬਲੀ ਬਿਨਾਂ ਨਹੀਂ ਰਹਿ ਸਕਦਾ। ਗੁਰਜੰਟ ਨੇ ਗੱਲ ਸਾਫ਼ ਕਰ ਦਿੱਤੀ। ਇੱਕੋ ਇੱਕ ਪੁੱਤ, ਮਾਂ ਵੀ ਹੁਣ ਕੀ ਕਰੇ? ਕਿਸੇ ਤਰ੍ਹਾਂ ਘਰ ਵਾਲੀ ਨੂੰ ਮਨਾ ਉਹਨਾਂ ਲੁਧਿਆਣੇ ਵਾਲਾ ਘਰ ਕਿਰਾਏਦਾਰਾਂ ਤੋਂ ਖਾਲੀ ਕਰਵਾ ਲਿਆ। ਸੂਬੇਦਾਰ ਨੇ ਹਮੇਸ਼ਾ ਆਪਣੀ ਘਰਵਾਲੀ ਦੀ ਗੱਲ ਮੰਨੀ ਸੀ। ਅੱਗੇ ਸਭ ਕੁਝ ਗੁਰਜੰਟ ਦੀ ਮਾਂ ਦੀ ਸਹਿਮਤੀ ਤੇ ਸੁਝਾਅ ਮੁਤਾਬਕ ਹੋਇਆ। ਦੋਵਾਂ ਨੇ ਗੁਰੂ ਘਰ ਜਾ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕੀਤੀ ਤੇ ਇੱਕ ਦੂਜੇ ਨੂੰ ਪਤੀ ਪਤਨੀ ਮੰਨ ਲਿਆ। ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਇੱਕ ਦੂਜੇ ਦੇ ਗਲ ਵਿੱਚ ਹਾਰ ਪਾਏ ਤੇ ਪਤੀ ਪਤਨੀ ਦੇ ਰੂਪ ਵਿੱਚ ਗੁਰੂ ਘਰ ਤੋਂ ਬਾਹਰ ਆ ਗਏ। ਹੁਣ ਉਹ ਪਤੀ ਪਤਨੀ ਦੇ ਰੂਪ ਵਿੱਚ ਲੁਧਿਆਣੇ ਵਾਲੇ ਘਰ 'ਚ ਰਹਿਣ ਲੱਗੇ। ਬਬਲੀ ਨੂੰ ਦੋਵਾਂ ਮਾਵਾਂ ਦਾ ਆਸ਼ੀਰਵਾਦ ਸੀ। ਬਬਲੀ ਦੇ ਵਿਆਹ ਦੀ ਗੱਲ ਪਹਿਲਾਂ ਪਿੰਡ ਪਹੁੰਚੀ ਤੇ ਫਿਰ ਝੰਡਾ ਸਿੰਘ ਕੋਲ। ਮਰਜ਼ੀ ਨਾਲ ਵਿਆਹ, ਉਹ ਵੀ ਮਿਸਤਰੀਆਂ ਦੇ ਮੁੰਡੇ ਨਾਲ। ਉਸ ਨੂੰ ਅੱਗ ਲੱਗ ਗਈ। ਉਹ ਸਮਝਦਾ ਸੀ ਕੁੜੀ ਨੇ ਇਹ ਕਦਮ ਮਾਂ ਦੀ ਸ਼ਹਿ 'ਤੇ ਚੁੱਕਿਆ। ਉਹ ਦਿਲਪ੍ਰੀਤ ਕੌਰ ਨੂੰ ਗਾਲਾਂ ਕੱਢਣ ਲੱਗ ਪਿਆ ਸੀ ਤੇ ਡਾਂਗ ਚੁੱਕ ਕੇ ਕੁੱਟਣ ਵੀ। ਹਾਏ ਮਾਰਤੀ ਵੇ, ਹਾਏ ਮਾਰਤੀ ਵੇ। ਦਿਲਪ੍ਰੀਤ ਕੌਰ ਚੀਕਾਂ ਮਾਰ ਰਹੀ ਸੀ। ਸਹੁਰੇ ਦਾ ਗੁੱਸਾ ਦੇਖ ਜੱਸੀ ਵੀ ਡਰ ਗਈ ਤੇ ਰੋਂਦੀ ਰੋਂਦੀ ਆਪਣੀ ਕੁੜੀ ਨੂੰ ਚੁੱਕ ਬਾਹਰ ਗਲੀ ਦੇ ਦਰਵਾਜ਼ੇ ਕੋਲ ਖੜੇ ਕੈਲੇ ਵੱਲ ਭੱਜੀ। ਰੌਲਾ ਸੁਣ ਕੈਲਾ ਭੱਜਿਆ ਆਇਆ ਤੇ ਉਸ ਬਾਪੂ ਨੂੰ ਜੱਫਾ ਮਾਰ ਪਿੱਛੇ ਵੱਲ ਖਿੱਚ ਲਿਆ। ਕੈਲਿਆ ਪਾਸੇ ਹੋ ਜਾ, ਛੱਡ ਦੇ ਮੈਨੂੰ, ਅੱਜ ਨਿਬੇੜ ਦੇਣ ਦੇ ਕੰਮ। ਇਹ ਕੁੱਤੀ ਤੀਵੀਂ ਨੇ ਘਰ ਪੱਟ ਕੇ ਰੱਖਤਾ। ਉਹ ਗੁੱਸੇ ਵਿੱਚ ਉੱਚੀ ਉੱਚੀ ਗਾਲਾਂ ਕੱਢ ਰਿਹਾ ਸੀ ਤੇ ਕੈਲਾ ਉਸ ਨੂੰ ਖਿੱਚ ਕੇ ਵਿਹੜੇ 'ਚ ਲੈ ਗਿਆ। ਰੌਲਾ ਸੁਣ ਗੁਆਂਢੀ ਵੀ ਆ ਗਏ ਤੇ ਅੱਗੇ ਬਚਾ ਰਹਿ ਗਿਆ। ਜੇ ਕੈਲਾ ਘਰ ਨਾ ਹੁੰਦਾ
ਤਾਂ ਝੰਡਾ ਸਿੰਘ ਨੇ ਗੁੱਸੇ ਵਿੱਚ ਪਤਾ ਨਹੀਂ ਕੀ ਕਰ ਬੈਠਣਾ ਸੀ। ਦੁਖੀ ਤਾਂ ਕੈਲਾ ਵੀ ਸੀ, ਅੰਦਰ ਮੱਚਿਆ ਪਿਆ ਸੀ। ਆਪਣੇ ਬੇਲੀਆਂ ਵਿੱਚ ਜ਼ੀਰੋ ਹੋ ਗਿਆ ਤੇ ਜੱਸੀ ਮੁਰੇ ਵੀ ਨੀਵਾਂ। ਜੱਸੀ ਦੀਆਂ ਗੱਲਾਂ ਵੱਲ ਉਸ ਧਿਆਨ ਹੀ ਨਹੀਂ ਸੀ ਦਿੱਤਾ, ਉਲਟਾ ਜੱਸੀ ਨੂੰ ਹੀ ਘੂਰ ਦਿੱਤਾ ਸੀ। ਪਰ ਹੁਣ ਬਾਪੂ ਨੂੰ ਚੁੱਪ ਕਰਾਉਣ ਲੱਗਾ ਹੋਇਆ ਸੀ। ਨੰਬਰਦਾਰ ਜ਼ੋਰ ਪਾ ਕੇ ਝੰਡਾ ਸਿੰਘ ਨੂੰ ਮੱਲੋ ਮੱਲੀ ਆਪਣੇ ਘਰ ਲੈ ਗਿਆ। ਗੁਆਂਢ ਚੋਂ ਇੱਕ ਬੁੜੀ ਦਿਲਪ੍ਰੀਤ ਕੌਰ ਦੇ ਕੋਲ ਰਹੀ। ਸ਼ਾਮ ਨੂੰ ਬਹੂ ਨੇ ਰੋਟੀ ਤਾਂ ਪਕਾਈ, ਪਰ ਚੱਜ ਨਾਲ ਖਾਧੀ ਕਿਸੇ ਨੇ ਵੀ ਨਹੀਂ। ਸਾਰੀ ਰਾਤ ਦਿਲਪ੍ਰੀਤ ਦੀ ਢੂਈ ਤੇ ਮੌਰ ਦਰਦ ਕਰਦੇ ਰਹੇ ਤੇ ਉਹ ਰੋਂਦੀ ਰਹੀ। ਕਾਫੀ ਦੇਰ ਤੱਕ ਤਾਂ ਗੁਆਂਢਣ ਬੁੜੀ ਰੋੜੇ ਦਾ ਸੇਕ ਦਿੰਦੀ ਰਹੀ, ਪਰ ਫਿਰ ਉਸ ਦੀ ਅੱਖ ਲੱਗ ਗਈ। ਅਗਲੇ ਦਿਨ ਤੇ ਉਸ ਤੋਂ ਬਾਅਦ ਘਰ ਵਿੱਚ ਸ਼ਾਂਤੀ ਤਾਂ ਰਹੀ, ਪਰ ਇਸ ਸਿਵਿਆਂ ਦੀ ਚੁੱਪ ਵਰਗੀ ਸੀ। ਰਿਸ਼ਤੇਦਾਰ ਵੀ ਆਏ। ਦਿਲਪ੍ਰੀਤ ਕੌਰ ਨੇ ਸਾਫ਼ ਕਹਿ ਦਿੱਤਾ, ਜੇ ਕੁੜੀ ਨੇ ਮਰਜ਼ੀ ਨਾਲ ਪ੍ਰੇਮ ਵਿਆਹ ਕਰਵਾ ਲਿਆ, ਕੀ ਲੋੜਾ ਆ ਗਿਆ? ਤੁਸੀਂ ਕੁੜੀ ਨਾਲ ਵਰਤੋਂ ਵਿਹਾਰ ਰੱਖੋ ਨਾ ਰੱਖੋ, ਮੈਂ ਤਾਂ ਰੱਖੂੰਗੀ। ਰਿਸ਼ਤੇਦਾਰ ਵੀ ਕੀ ਕਹਿਣ, ਪਿਓ ਪੁੱਤ ਦਾ ਮਰਨ ਹੋਇਆ ਪਿਆ। ਕਿਹੜਾ ਵੇਲਾ ਹੋਵੇ ਬਬਲੀ ਘਰੇ ਆਵੇ, ਪਰ ਆਵੇ ਕਿਵੇਂ? ਕੈਲਾ ਤਾਂ ਬਹੁਤ ਹੀ ਸ਼ਰਮ ਮੰਨੀ ਬੈਠਾ ਸੀ। ਦੁਖੀ ਝੰਡਾ ਸਿੰਘ ਵੀ ਬਥੇਰਾ ਸੀ, ਪਰ ਫਿਰ ਵੀ ਉਹ ਖੇਤ ਗੇੜਾ ਮਾਰਦਾ। ਅਖੀਰ ਉਹਨਾਂ ਸਬਰ ਤਾਂ ਕਰ ਲਿਆ, ਪਰ ਬਬਲੀ ਤੇ ਉਸਦੇ ਪ੍ਰਾਹੁਣੇ ਦੇ ਕਦੇ ਵੀ ਮੱਥੇ ਨਾ ਲੱਗਣ ਦਾ ਤਹਈਆ ਵੀ। ਸਮਝ ਲਿਆ ਉਹ ਸਾਡੇ ਭਾਣੇ ਮਰ ਗਈ। ਘਰ ਵਿੱਚ ਦਿਲਪ੍ਰੀਤ ਦੀ ਜੋ ਮਾੜੀ ਮੋਟੀ ਕਦਰ ਸੀ ਉਹ ਵੀ ਖਤਮ। ਹੁਣ ਕੈਲਾ ਵੀ ਮਾਂ ਨਾਲ ਘੱਟ ਹੀ ਗੱਲ ਕਰਦਾ। ਸਹੁਰੇ ਤੇ ਘਰ ਵਾਲੇ ਤੋਂ ਡਰਦੀ ਬਹੂ ਵੀ ਚੁੱਪ ਰਹਿੰਦੀ। ਦਿਲਪ੍ਰੀਤ ਕੌਰ ਰਿਸ਼ਤੇਦਾਰਾਂ ਤੋਂ ਵੀ ਟੁੱਟ ਗਈ ਤੇ ਘਰ ਤੋਂ ਵੀ। ਹੁਣ ਤਾਂ ਰੁੱਖੇ ਬੋਲ ਤੇ ਗਾਲਾਂ ਹੀ ਜਿਵੇਂ ਉਹਦੀ ਕਿਸਮਤ ਹੋਣ। ਘਰ ਕੈਦਖਾਨਾ ਬਣ ਗਿਆ। ਆਨੇ ਬਹਾਨੇ ਉਹ ਹਠੂਰ ਜਾਂਦੀ, ਬਬਲੀ ਤੇ ਉਸਦੇ ਪ੍ਰਾਹੁਣੇ ਨੂੰ ਹਠੂਰ ਜਾ ਕੇ ਮਿਲਦੀ। ਉਹ ਪਿੰਡ ਨੂੰ ਮੁੜ ਆਉਂਦੀ ਤੇ ਬਬਲੀ ਹੁਰੀ ਲੁਧਿਆਣੇ ਨੂੰ ਮੁੜ ਜਾਂਦੇ। ਬਬਲੀ ਤੇ ਗੁਰਜੰਟ ਹੀ ਹੁਣ ਉਸਦੀ ਧਿਰ ਸਨ। ਬਬਲੀ ਨੂੰ ਮਾਂ ਦੀ ਹਾਲਤ ਤੇ ਤਰਸ ਆਉਂਦਾ। ਉਹ ਸੋਚਦੀ, ਮਾਂ ਦੀ ਇਹ ਹਾਲਤ ਮੇਰੇ ਕਰਕੇ ਹੋ ਰਹੀ ਆ। ਉਸਨੇ ਗੁਰਜੰਟ ਨਾਲ ਸਾਰੀ ਗੱਲ ਸਾਂਝੀ ਕੀਤੀ। ਫਿਰ ਇੱਕ ਦਿਨ ਮਾਵਾਂ ਧੀਆਂ ਹਠੂਰ ਬੱਸ ਅੱਡੇ ਤੇ ਇਕੱਠੀਆਂ ਹੋਈਆਂ ਤੇ ਦਿਲਪ੍ਰੀਤ ਕੌਰ ਬਬਲੀ ਦੇ ਨਾਲ ਹੀ ਲੁਧਿਆਣੇ ਪਹੁੰਚ ਗਈ। ਝੰਡਾ ਸਿੰਘ ਹੋਰ ਮੱਚਿਆ ਤੇ ਅੱਧੀ ਰਾਤ ਤੱਕ ਬੁਰਾ ਭਲਾ ਬੋਲਦਾ ਰਿਹਾ। ਦਿਲਪ੍ਰੀਤ ਕੌਰ ਹੁਣ ਲੁਧਿਆਣੇ ਸੀ। ਘਰ ਦੇ ਘੁਟਨ ਭਰੇ ਮਾਹੌਲ ਚੋਂ ਬਾਹਰ ਆ ਕੇ ਉਸਨੂੰ ਸਕੂਨ ਮਿਲਿਆ। 2-3 ਵਾਰ ਉਹ ਚੌੜਾ ਬਾਜ਼ਾਰ ਵੀ ਘੁੰਮ ਆਈ। ਇੰਨੀਆਂ ਵੱਡੀਆਂ ਦੁਕਾਨਾਂ, ਇੰਨਾ ਸਮਾਨ, ਇੰਨੇ ਲੋਕ, ਇਹ ਤਾਂ ਸੱਚਮੁੱਚ ਹੀ ਮੇਲੇ ਵਰਗਾ ਮਾਹੌਲ ਹੈ। ਵੇਖ ਉਹ ਖੁਸ਼ ਹੁੰਦੀ ਤੇ ਹੈਰਾਨ ਵੀ। ਵੱਡੇ ਸ਼ਹਿਰ ਦੀਆਂ ਵੱਡੀਆਂ ਗੱਲਾਂ, ਇੱਥੇ ਕਿਸੇ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ। ਆਂਢ ਗੁਆਂਢ ਦਾ ਕੋਈ ਬਹੁਤਾ ਮੇਲ ਮਿਲਾਪ ਨਹੀਂ, ਇੱਕ ਦੂਜੇ ਨਾਲ ਕੋਈ ਬਹੁਤੀ ਗੱਲ ਨਹੀਂ ਸੀ ਕਰਦਾ। ਉਸਨੇ ਸੋਚਿਆ, ਚੱਲ ਆ ਵੀ ਠੀਕ ਆ। ਪਿੰਡ ਦੀਆਂ ਜਨਾਨੀਆਂ ਤਾਂ ਇੱਕ ਦੂਜੇ ਦੇ ਪੋਤੜੇ ਫਰੋਲਣੋਂ ਨਹੀਂ ਹਟਦੀਆਂ। ਗੁਰਜੰਟ ਉਸਨੂੰ ਬੀਬੀ ਜੀ ਕਹਿ ਕੇ ਪੂਰਾ ਮਾਣ ਸਤਿਕਾਰ ਦਿੰਦਾ। ਉਸਨੂੰ ਤਸੱਲੀ ਸੀ ਕਿ ਹੁਣ ਉਹ ਝੰਡਾ ਸਿੰਘ ਦੀ ਗਾਲੀ ਗਲੋਚ ਤੇ ਡਾਂਗ ਤੋਂ ਦੂਰ ਸੀ। ਦੂਰ ਤਾਂ ਉਹ ਆ ਗਈ, ਅਜੇ ਵੀ 2 ਗੱਲਾਂ ਉਸਨੂੰ ਪਰੇਸ਼ਾਨ ਕਰਦੀਆਂ। ਪਹਿਲੀ, ਝੰਡਾ ਸਿੰਘ ਦੀਆਂ ਗਾਲਾਂ ਤੇ ਵੱਜੀਆਂ ਡਾਂਗਾਂ ਯਾਦ ਕਰਕੇ ਉਸਦਾ ਮਨ ਭਰ ਆਉਂਦਾ। ਹੱਥ ਮੋਢੇ ਨੂੰ ਪਲੋਸਣ ਲੱਗਦਾ, ਜਿਵੇਂ ਅਜੇ ਵੀ ਉਹ ਨੀਲ ਉਸੇ ਤਰ੍ਹਾਂ ਹੋਣ। ਗੱਲ ਤੇ ਵੱਜਿਆ ਥੱਪੜ ਯਾਦ ਆਉਂਦਾ ਤਾਂ ਅਚਾਨਕ ਉਸਦਾ ਹੱਥ ਉਸ ਗੱਲ ਤੇ ਚਲਾ ਜਾਂਦਾ ਤੇ ਗੱਲ ਨੂੰ ਪਲੋਸਦੀ ਉਹ ਕਿਸੇ ਅਤੀਤ ਵਿੱਚ ਚਲੀ ਜਾਂਦੀ। ਅੜਿਆ, ਐਡਾ ਇਹ ਤੋਂ ਕੀ ਮੰਗ ਲਿਆ ਸੀ ਕਿ ਤਾੜ ਦਿਨੇ ਥੱਪੜ ਜੜਦਾ? ਉਹ ਅੱਖਾਂ ਭਰ ਆਉਂਦੀ। ਮਨ ਵਿੱਚ ਆਉਂਦਾ ਉਹ ਅਪਮਾਨ ਦਾ ਬਦਲਾ ਲਵੇ। ਦੂਸਰਾ, ਉਹ ਸੋਚਦੀ, ਹੋਰ ਕਿੰਨਾ ਚਿਰ ਕੁੜੀ ਦੇ ਦਰ ਤੇ ਬੈਠੀ ਰਹੂੰ? ਬਬਲੀ ਮੈਨੂੰ ਲੈ ਆਈ ਤੇ ਪ੍ਰਾਹੁਣਾ ਵੀ ਪੂਰਾ ਮਾਣ ਸਤਿਕਾਰ ਦਿੰਦਾ, ਪਰ ਸਦਾ ਤਾਂ ਇੱਥੇ ਬੈਠ ਨਹੀਂ ਰਹਿ ਸਕਦੀ। ਅਚਾਨਕ ਇੱਕ ਦਿਨ ਉਸਨੂੰ ਭਦੌੜ ਤੋਂ ਪਰੇ ਵਾਲਾ ਬਾਬਾ ਚੜੈਕ ਸਿੰਘ ਦਾ ਡੇਰਾ ਯਾਦ ਆਇਆ। ਬਹੁਤ ਸਾਲ ਪਹਿਲਾਂ ਇੱਕ ਵਾਰ ਉਹ ਆਪਣੀ ਭਦੌੜ ਵਾਲੀ ਭਤੀਜੀ ਨਾਲ ਉੱਥੇ ਗਈ ਸੀ। ਬੜੀ ਸੰਗਤ ਇਕੱਠੀ ਹੋਈ ਸੀ ਤੇ ਵੱਡੀ ਗਿਣਤੀ ਬੀਬੀਆਂ ਤੇ ਬੰਦੇ ਪੱਕੇ ਤੌਰ ਤੇ ਹੀ ਉੱਥੇ ਰਹਿ ਕੇ ਸੇਵਾ ਕਰਦੇ ਸੀ। ਉਹ ਇੱਕ ਦਿਨ ਸਵੇਰੇ ਹੀ ਚੜੈਕ ਸਿੰਘ ਦੇ ਡੇਰੇ ਲਈ ਨਿਕਲ ਪਈ। ਭਦੌੜ ਤੋਂ ਭਤੀਜੀ ਨੂੰ ਨਾਲ ਲਿਆ ਤੇ ਜਾ ਕੇ ਇੰਚਾਰਜ ਨੂੰ ਮਿਲੀ। ਡੇਰੇ ਦਾ ਇੰਚਾਰਜ ਉਹਦੇ ਨੇੜਲੇ ਪਿੰਡ ਦੀਵਾਨਿਆਂ ਦਾ ਹੀ ਨਿਕਲ ਆਇਆ। ਉਸਨੇ ਦੱਸਿਆ, ਬਾਬਾ ਜੀ ਤਾਂ ਕਦੇ ਕਦਾਈ ਹੀ ਮਿਲਦੇ ਹਨ,
ਪਰ ਤੁਸੀਂ ਜਦ ਤੱਕ ਮਰਜ਼ੀ ਇੱਥੇ ਰਹਿ ਕੇ ਸੇਵਾ ਕਰ ਸਕਦੇ ਹੋ। ਉਸਨੇ ਹੋਰ ਬਹੁਤ ਸਾਰੀਆਂ ਬੀਬੀਆਂ ਨੂੰ ਵੀ ਮਿਲਵਾਇਆ ਜੋ ਪੱਕੇ ਤੌਰ 'ਤੇ ਰਹਿ ਕੇ ਸੇਵਾ ਕਰ ਰਹੀਆਂ ਸਨ। ਇੰਚਾਰਜ ਨਾਲ ਕਾਫੀ ਖੁੱਲ੍ਹ ਕੇ ਗੱਲਾਂ ਹੋਈਆਂ। ਦਿਲਪ੍ਰੀਤ ਕੌਰ ਨੇ ਲੁਧਿਆਣਾ ਸ਼ਹਿਰ ਕਾਫੀ ਘੁੰਮ ਕੇ ਵੇਖ ਲਿਆ ਸੀ। ਜਗਰਾਵਾਂ, ਮੋਗੇ ਘੁੰਮਣ ਦੀ ਵੀ ਹੁਣ ਕੋਈ ਰੀਝ ਨਹੀਂ ਸੀ, ਕਿਉਂਕਿ ਲੁਧਿਆਣਾ ਤਾਂ ਉਹਨਾਂ ਤੋਂ ਵੀ ਵੱਡਾ ਸੀ। ਉਸ ਦੀ ਰੂਹ ਨੂੰ ਹੁਣ ਤਸੱਲੀ ਸੀ ਤੇ ਮਨ ਸ਼ਾਂਤ। ਸੋਚਣ ਲੱਗੀ, ਕਿਉਂ ਨਾ ਸੇਵਾ ਕਰਕੇ ਹੁਣ ਮੈਂ ਵੀ ਆਪਣਾ ਜੀਵਨ ਸਫਲ ਕਰਾਂ। ਜਦ ਜੀ ਕੀਤਾ ਕੁੜੀ ਕੋਲ, ਜਦ ਜੀ ਕੀਤਾ ਡੇਰੇ ਦੀ ਸੇਵਾ। ਡੇਰੇ ਵਾਲੀ ਜਗ੍ਹਾ ਦਿਲਪ੍ਰੀਤ ਨੂੰ ਚੰਗੀ ਲੱਗੀ ਸੀ। ਉਹ ਡੇਰੇ ਤੋਂ ਵਾਪਸ ਮੁੜਦੀ ਆਪਣੇ ਪਿੰਡ ਗਈ ਤੇ ਦੁੱਲੇ ਮੈਂਬਰ ਨੂੰ ਮਿਲੀ। ਦੁੱਲੇ ਤੋਂ ਉਸ ਨੂੰ ਪਤਾ ਲੱਗਿਆ ਕੈਲਾ ਟਰੱਕ ਲੈ ਕੇ ਗਿਆ ਤੇ ਝੰਡਾ ਸਿੰਘ ਮੰਡੀ ਵਿੱਚ। ਹੌਸਲਾ ਕਰਕੇ ਉਹ ਕੁਝ ਚਿਰ ਲਈ ਘਰ ਗਈ ਤੇ ਸ਼ਾਮ ਤੱਕ ਲੁਧਿਆਣੇ ਵਾਪਸ ਆ ਗਈ। ਝੰਡਾ ਸਿੰਘ ਹਠੂਰ ਦੀ ਦਾਣਾ ਮੰਡੀ ਵਿੱਚ ਕਣਕ ਦੀ ਢੇਰੀ ਕੋਲ ਬੈਠਾ ਸੀ। ਪੰਚਾਇਤ ਮੈਂਬਰ ਦੁੱਲਾ ਸਿੰਘ ਉਸ ਕੋਲ ਆਇਆ ਤੇ ਨੇੜੇ ਹੋ ਕੇ ਬੈਠ ਗਿਆ। ਝੰਡਾ ਸਿਆਂ, ਦਿਲਪ੍ਰੀਤ ਕੌਰ ਆਈ ਸੀ ਸਾਡੇ ਘਰ। ਕਹਿਣ ਲੱਗੀ, ਮੈਂਬਰ ਸਾਹਿਬ ਮੇਰਾ ਟਰਾਲਾ ਮੈਨੂੰ ਦਿਵਾਓ। ਮੈਨੂੰ ਤਾਂ ਉਹ ਤੋਂ ਪਤਾ ਲੱਗਿਆ ਕਿ ਟਰਾਲਾ ਉਸ ਦੇ ਨਾਂ ਏ। ਝੰਡਾ ਸਿਆਂ, ਉਹ ਆਪਣਾ ਟਰਾਲਾ ਮੰਗਦੀ ਆ ਭਾਈ। ਉਹਦੀਆਂ ਗੱਲਾਂ 'ਚ ਗੁੱਸਾ ਤੇ ਹਿਰਖ ਵੀ ਬਹੁਤ ਸੀ। ਤੁਸੀਂ ਟਰਾਲੇ ਵਾਲੀ ਇਸ ਗੱਲ ਨੂੰ ਹੁਣ ਆਪ ਘਰੇ ਬੈਠ ਕੇ ਵਿਚਾਰ ਕਰੋ। ਅੱਛਾ, ਕਦ ਆਈ ਸੀ? ਕੱਲ੍ਹ ਆਈ ਸੀ। ਤੇ 2-4 ਗੱਲਾਂ ਹੋਰ ਕਰਕੇ ਦੁੱਲਾ ਮੈਂਬਰ ਚਲਾ ਗਿਆ। ਅੱਗੇ ਕੁੜੀ ਖੂਹ ਪੱਟ ਕੇ ਤੁਰ ਗਈ, ਹੁਣ ਇਹ ਬਾਹਰ ਤੁਰੀ ਫਿਰਦੀ ਆ। ਕੁੜੀ ਨੂੰ ਦੇਖ ਕੇ ਤੇ ਇਹਦੇ ਵੀ ਨਾ ਖੁਰਕ ਉੱਠ ਖੜੀ ਹੋਵੇ, ਕੰਜਰਾਂ ਦੀ ਕਿਸੇ ਛੜੇ ਦੇ ਨਾ ਜਾ ਬੈਠੀ ਹੋਵੇ। 4 ਦਿਨਾਂ ਬਾਅਦ ਝੰਡਾ ਸਿੰਘ ਮੰਡੀ ਤੋਂ ਘਰ ਮੁੜਿਆ ਤਾਂ ਉਸ ਦਾ ਮਨ ਉਦਾਸ ਸੀ। 4 ਚੁਫੇਰੇ ਨਜ਼ਰ ਦੌੜਾਈ ਤਾਂ ਘਰ ਦਾ ਵਿਹੜਾ ਵੀ ਉਦਾਸ ਲੱਗਿਆ। ਉਹ ਪਰਾਂ ਪਈ ਮੰਜੀ ਤੇ ਜਾ ਬੈਠਾ ਤੇ ਕਰੜ ਬਰੜ ਹੋਈ ਪਈ ਦਾੜੀ ਵਿੱਚ ਹੱਥ ਫੇਰਨ ਲੱਗਿਆ। ਬਾਪੂ ਜੀ ਪਾਣੀ। ਬਹੂ ਪਾਣੀ ਦਾ ਗਲਾਸ ਲੈ ਆਈ। ਪਾਣੀ ਪੀ ਕੇ ਉਸ ਖਾਲੀ ਗਲਾਸ ਥੱਲੇ ਰੱਖਿਆ, ਸਿਰ ਤੋਂ ਪੱਗ ਲਾਹੀ ਤੇ ਸਿਰਹਾਣੇ ਵੱਲ ਰੱਖ ਦਿੱਤੀ। ਫਿਰ ਉਹ ਢਿੱਲੇ ਹੋਏ ਪਏ ਜੂੜੇ ਨੂੰ ਖੋਲ੍ਹ ਕੇ ਕੰਘੇ ਨਾਲ ਵਾਲਾਂ ਨੂੰ ਵਾਹੁਣ ਲੱਗਿਆ। ਚੰਗੀ ਤਰ੍ਹਾਂ ਕੰਘਾ ਫੇਰਨ ਤੋਂ ਬਾਅਦ ਉਸ ਜੂੜਾ ਕੱਸ ਕੇ ਦੁਬਾਰਾ ਬੰਨ੍ਹਿਆ। ਲੱਗਿਆ ਜਿਵੇਂ ਜੂੜਾ ਹਜੇ ਵੀ ਠੀਕ ਨਹੀਂ। ਸੱਜੇ ਹੱਥ ਨਾਲ ਉਸ ਕਈ ਵਾਰ ਜੂੜੇ ਨੂੰ ਟੋਇਆ। ਭਾਈ, ਮੇਰੇ ਮਗਰੋਂ ਤੇਰੀ ਬੀਬੀ ਤਾਂ ਨਹੀਂ ਘਰੇ ਆਈ? ਬਾਪੂ ਜੀ, ਜਿੱਦਣ ਤੁਸੀਂ ਮੰਡੀ ਕਣਕ ਕੋਲ ਗਏ ਉਸ ਦਿਨ ਥੋੜ੍ਹੇ ਚਿਰ ਲਈ ਆਈ ਸੀ। ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਤੇ ਸਿੱਧਾ ਅੰਦਰ ਚਲੀ ਗਈ। ਮੈਂ ਬੀਬੀ ਲਈ ਚਾਹ ਬਣਾਉਣ ਲੱਗ ਪਈ। ਜਦ ਮੈਂ ਚਾਹ ਲੈ ਕੇ ਅੰਦਰ ਗਈ, ਉਹ ਕੋਈ ਕਾਗਜ਼ ਫਰੋਲੀ ਜਾਂਦੀ ਸੀ ਤੇ ਕੁਝ ਸੂਟ ਇੱਕ ਪਾਸੇ ਪਏ ਸੀ। ਮੈਂ ਚਾਹ ਰੱਖ ਕੇ ਬਾਹਰ ਆ ਗਈ। ਥੋੜ੍ਹੇ ਚਿਰ ਬਾਅਦ ਹੀ ਬੀਬੀ ਇੱਕ ਝੋਲਾ ਤੇ ਇੱਕ ਵੱਡਾ ਬੈਗ ਲੈ ਕੇ ਚਲੀ ਗਈ। ਅੱਛਾ, ਕਾਹਦੇ ਕਾਗਜ਼ ਫਰੋਲਦੀ ਹੋਈ? ਕੈਲਾ ਵਾਪਸ ਮੁੜਿਆ ਕਿ ਨਹੀਂ? ਉਹ ਤਾਂ ਕੱਲ੍ਹ ਆ ਗਿਆ ਸੀ ਬਾਪੂ ਜੀ, ਖੇਤ ਨੂੰ ਗਿਆ ਹੋਇਆ। ਖੰਗੂਰਾ ਜਿਹਾ ਮਾਰੋ ਉੱਠਿਆ ਤੇ ਗੁਸਲਖਾਨੇ ਵੱਲ ਨੂੰ ਤੁਰ ਪਿਆ। ਬਾਪੂ ਜੀ, ਚਾਹ ਬਣਾਵਾਂ? ਉਹ ਰੋਟੀ ਵੀ ਬਣੀ ਪਈ ਆ। ਗੁਸਲਖਾਨੇ 'ਚੋਂ ਆਈ ਨੂੰ ਬਹੂ ਨੇ ਪੁੱਛਿਆ। ਬਣੀ ਪਈ ਆ ਤਾਂ ਲੈ ਆ ਪੁੱਤ, ਪਹਿਲਾਂ ਰੋਟੀ ਖਾ ਲੈਂਦੇ ਆ। ਬਹੂ ਰੋਟੀ ਪਾ ਲਿਆਈ। ਉਸ ਨੂੰ ਲੱਗਿਆ ਜਿਵੇਂ ਹਰ ਬੁਰਕੀ ਮੂੰਹ ਵਿੱਚ ਹੀ ਫੁੱਲੀ ਜਾਂਦੀ ਹੋਵੇ। ਉਸ ਮਸਾਂ ਰੋਟੀ ਮੁਕਾਈ ਤੇ ਥਾਲੀ ਮੰਜੇ ਦੇ ਥੱਲੇ ਰੱਖ ਦਿੱਤੀ। ਇੰਨੇ ਨੂੰ ਕੈਲਾ ਵੀ ਖੇਤੋਂ ਆ ਗਿਆ। ਕਣਕ ਵਿਕ ਗਈ ਬਾਪੂ? ਕਣਕ ਤਾਂ ਵਿਕ ਗਈ ਤੇ ਤੁਲ ਵੀ ਗਈ। ਤੂੰ ਸੁਣਾ, ਗੇੜਾ ਕਿਵੇਂ ਰਿਹਾ? ਗੇੜਾ ਤਾਂ ਵਧੀਆ ਰਿਹਾ ਬਾਪੂ, ਪਰ ਰਾਤ ਜੱਸੀ ਦੱਸਦੀ ਸੀ ਕਿ ਬੀਬੀ ਘਰੇ ਆਈ ਸੀ ਤੇ ਮੈਨੂੰ ਲੱਗ ਗਈ ਪਤਾ ਸਾਰੀ ਗੱਲ। ਫਸਲ ਸਾਂਭੀ ਗਈ। ਹੁਣ ਕਰਦੇ ਆ ਕੋਈ ਪੜਤਾਲ। ਉਸ ਦਿਨ ਤੂੰ ਰੋਕਣਾ ਨਹੀਂ ਸੀ ਮੈਨੂੰ, ਤੋੜ ਲੈਣ ਦਿੰਦਾ ਲੱਤਾਂ। ਹੁਣ ਫਿਰ ਉਹੀ ਕੰਮ ਕਰਨਾ ਪੈਣਾ। ਲੱਤਾਂ ਤੋੜ ਕੇ ਘਰੇ ਬਿਠਾਉਣੀ ਪਊ, ਨਹੀਂ ਇਹਨੇ ਟਿਕਣਾ ਨਹੀਂ। ਕੁੜੀ ਵਾਂਗੂ ਕੋਈ ਨਵਾਂ ਖੂਹ ਪੱਟੂ। ਬਾਪੂ, ਮੈਨੂੰ ਤਾਂ ਲੱਗਦਾ ਉਹ ਤਖਾਣ ਕਰਾਉਂਦਾ ਸਭ ਕੁਝ, ਉਹਦਾ ਹੀ ਫਾਹਾ ਵੱਢਣਾ ਪਊ। ਕੱਲ੍ਹ ਹੀ ਮੈਂ ਤਲਵਾਰ ਰੱਖ ਲਈ ਟਰਾਲੇ 'ਚ। ਗੁੱਸੇ ਦੀ ਅੱਗ 'ਚ ਮੱਚ ਰਿਹਾ ਝੰਡਾ ਸਿੰਘ ਪੁੱਤ ਦੀ ਗੱਲ ਸੁਣ ਸੁੰਨ ਹੋ ਗਿਆ।
ਵੇਖੀ ਕਿਤੇ ਗੁੱਸੇ 'ਚ ਕੋਈ ਐਸਾ ਕਦਮ ਪੁੱਟ ਲਵੇਂ ਜਾ ਜਾਂਦੀ ਹੋ ਜੇ। ਕੁੜੀ ਵੀ ਗਈ, ਪੁੱਤ ਵੀ ਜਾਊ। ਮੈਂ ਤਾਂ 4 ਚੁਫੇਰਿਆਂ ਹੀ ਲੁੱਟਿਆ ਗਿਆ। ਤੈਨੂੰ ਕੁਝ ਹੋ ਗਿਆ, ਮੇਰੇ ਪੱਲੇ ਕੀ ਬਚਿਆ। ਸਬੱਬੀ ਨੰਬਰਦਾਰ ਘਰੇ ਆ ਗਿਆ ਤੇ ਪਿਓ ਪੁੱਤ ਦੀਆਂ ਗੱਲਾਂ ਸੁਣ ਸਮਝਾਉਣ ਲੱਗਿਆ। ਝੰਡਾ ਸਿਆਂ ਕੁੜੀ ਬਾਲਗ ਆ ਤੇ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ। ਮਾਂ ਵੀ ਉਸ ਦੇ ਹੱਕ ਵਿੱਚ। ਇਸ ਮਾਮਲੇ ਵਿੱਚ ਪੁਲਿਸ ਵੀ ਕੁਝ ਨਹੀਂ ਕਰ ਸਕਦੀ। ਕਾਨੂੰਨ ਕੁੜੀ ਦੇ ਹੱਕ ਵਿੱਚ ਜਾਊ। ਭਾਈ ਸਬਰ ਤੋਂ ਕੰਮ ਲਵੋ, ਸੁਲ੍ਹਾ ਸਫਾਈ ਦਾ ਕੋਈ ਰਾਹ ਲੱਭੋ। ਇਸੇ ਵਿੱਚ ਹੀ ਭਲਾਈ ਆ। ਗੁੱਸੇ ਵਿੱਚ ਹੋਰ ਨੁਕਸਾਨ ਨਾ ਕਰਵਾ ਬੈਠਿਓ। ਅਗਲੇ ਦਿਨ ਸਵੇਰੇ ਝੰਡਾ ਸਿੰਘ ਨੇ ਬਾਹਰ ਅੰਦਰ ਜਾਣ ਵਾਲੇ ਸਾਰੇ ਕੰਮ ਜਲਦੀ ਨਿਬੇੜੇ। ਉਹ ਨਹਾ ਕੇ ਕੱਪੜੇ ਪਾ ਚੁੱਕਾ ਸੀ ਤੇ ਸਿਰਫ ਪੱਗ ਬੰਨਣੀ ਬਾਕੀ ਸੀ। ਉਸਨੇ ਰੋਟੀ ਖਾ ਕੇ ਪਹਿਲਾਂ ਕੈਲੇ ਦੇ ਮਾਮੇ ਕੋਲ ਬੁਰਜ ਤੇ ਮਾਮੇ ਨੂੰ ਨਾਲ ਲੈ ਕੇ ਅੱਗੇ ਕੈਲੇ ਦੇ ਫੁੱਫੜ ਕੋਲ ਦੀਵਾਨੇ ਪਿੰਡ ਨੂੰ ਜਾਣਾ ਸੀ। ਬਹੂ ਨੇ ਵੀ ਵਿਹੜਾ ਸੁੰਬਰ ਕੇ ਮੱਝਾਂ ਚੋ ਲਈਆਂ। ਨਿੱਕੇ ਮੋਟੇ ਕੰਮ ਤੇ ਦੁੱਧ ਨੂੰ ਸਾਂਭਣੋਂ ਰੋਟੀਆਂ ਲਾਉਣ ਦੀ ਤਿਆਰੀ ਕਰ ਰਹੀ ਸੀ। ਪਿਓ ਪੁੱਤ ਖੜੇ ਕੋਈ ਗੱਲ ਕਰ ਰਹੇ ਸੀ ਕਿ ਪਿੰਡ ਦੇ ਚੌਕੀਦਾਰ ਨੇ ਆਵਾਜ਼ ਦਿੱਤੀ, ਝੰਡਾ ਸਿਆਂ ਘਰੇ ਹੋ ਭਾਈ। ਅੱਧੀ ਸਰਕਾਰ ਨੂੰ ਸਵੇਰੇ ਸਵੇਰੇ ਕੀ ਵਕਤ ਪੈ ਗਿਆ। ਖੈਰ ਆ ਚੌਕੀਦਾਰਾ। ਝੰਡਾ ਸਿੰਘ ਨੇ ਬਾਹਰਲੇ ਦਰਵਾਜ਼ੇ ਵੱਲ ਨੂੰ ਹੁੰਦਿਆਂ ਦਰਵਾਜ਼ਾ ਖੋਲ੍ਹਿਆ ਤੇ ਸੱਜੇ ਹੱਥ ਨਾਲ ਦੋਵਾਂ ਮੁੱਛਾਂ ਨੂੰ ਸਵਾਰਿਆ। ਕਿਰਪਾ ਮਹਾਰਾਜ ਦੀ ਝੰਡਾ ਸਿਆਂ, ਸਰਪੰਚ ਸਾਹਿਬ ਨੇ ਤੁਹਾਨੂੰ ਯਾਦ ਕੀਤਾ। ਰੋਟੀ ਪਾਣੀ ਦਾ ਨਿਬੇੜ ਕੇ ਆ ਜਾਓ, ਤੁਹਾਨੂੰ ਪੰਚਾਇਤ 'ਚ ਬੁਲਾਇਆ। ਪੰਚਾਇਤ 'ਚ ਬੁਲਾਇਆ? ਐਡੀ ਕੀ ਆਫਤ ਆ ਗਈ? ਇਹ ਤਾਂ ਪਤਾ ਨਹੀਂ, ਮੈਨੂੰ ਤਾਂ ਸੁਨੇਹਾ ਲਾਉਣ ਨੂੰ ਕਿਹਾ ਸੀ। ਚੌਕੀਦਾਰ ਪੂਰੀ ਗੱਲ ਦਾ ਓਲਾ ਰੱਖ ਵਾਪਸ ਮੁੜ ਗਿਆ। ਝੰਡਾ ਸਿੰਘ ਦੇ ਚਿਹਰੇ ਤੇ ਅੱਖਾਂ ਦੀ ਚਮਕ ਢਿੱਲੀ ਪੈ ਗਈ। ਉਹ ਤਾਂ ਕੈਲੇ ਦੇ ਮਾਮੇ ਤੇ ਫੁੱਫੜ ਹੋਰਾਂ ਕੋਲ ਜਾ ਕੇ ਆਉਣ ਲਈ ਤਿਆਰ ਹੋ ਰਿਹਾ ਸੀ ਤੇ ਇੱਧਰ ਸਰਪੰਚ ਦਾ ਸੁਨੇਹਾ। ਨਹਾ ਕੇ ਕੱਪੜੇ ਤਾਂ ਉਹ ਪਾਈ ਹੀ ਖੜਾ ਸੀ। ਅੰਦਰ ਜਾ ਕੇ ਪੱਗ ਬੰਨ੍ਹਣ ਲੱਗਿਆ। ਉਹ ਲੜਾਂ ਨੂੰ ਕੱਸ ਕੇ ਬਿਠਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਉਸਨੂੰ ਲੱਗਿਆ ਲੜ ਠੀਕ ਨਹੀਂ ਬੈਠ ਰਹੀ। ਪੰਚਾਇਤ ਵਾਲੀ ਗੱਲ ਤੇ ਕੈਲਾ ਵੀ ਘਰ ਦੇ ਹੋਰ ਨਿੱਕੇ ਮੋਟੇ ਕੰਮ ਨਿਬੇੜਨ ਵਿੱਚ ਰੁੱਝ ਗਿਆ। ਬਹੂ ਰੋਟੀਆਂ ਲਾਉਣ ਲੱਗ ਪਈ ਸੀ। ਕੰਮ ਨਿਬੇੜ ਕੇ ਕੈਲੇ ਨੇ ਬਾਪੂ ਨੂੰ ਰੋਟੀ ਫੜਾਈ ਤੇ ਫਿਰ ਆਪ ਵੀ ਚੁੱਲ੍ਹੇ ਕੋਲ ਬੈਠ ਰੋਟੀ ਖਾਣ ਲੱਗ ਪਿਆ। ਨਾ ਬਾਪੂ ਨੇ ਹੋਰ ਰੋਟੀ ਮੰਗੀ ਤੇ ਨਾ ਕਿਸੇ ਨੇ ਬੋਲ ਕੇ ਪੁੱਛਿਆ। ਕੈਲਾ ਵੀ ਰੋਟੀ ਖਾ ਚੁੱਕਾ ਸੀ। ਉਸ ਦੀ ਨਜ਼ਰ ਮਿੱਟੀ ਨਾਲ ਖੇਡ ਰਹੀ ਕੁੜੀ ਤੇ ਪਈ, ਜੋ ਆਪਣੀ ਹੀ ਮਸਤੀ ਵਿੱਚ ਖੇਡੀ ਜਾ ਰਹੀ ਸੀ। ਆ ਰੋਟੀ ਦਾ ਨਿਬੇੜ ਕੇ ਕੁੜੀ ਨੂੰ ਵੀ ਸੰਭਾਲ, ਦੇਖ ਕਿਵੇਂ ਲਿਬੜੀ ਪਈ ਆ। ਇੰਨਾ ਬੋਲ ਕੈਲਾ ਵੀ ਬਾਪੂ ਕੋਲ ਜਾ ਖੜਿਆ। ਮੇਰੇ ਮਗਰੋਂ ਤੇਰੀ ਤਾਂ ਨਹੀਂ ਕਿਸੇ ਨਾਲ ਕੋਈ ਵਾਧ ਘਾਟ ਹੋਈ? ਝੰਡਾ ਸਿੰਘ ਨੇ ਪੁੱਛਿਆ। ਪਰਸੋਂ ਟਰਾਲੇ ਤੋਂ ਮੁੜਿਆ, ਕੱਲ ਖੇਤ ਰਿਆਂ। ਮੈਨੂੰ ਤਾਂ ਆਪ ਕੋਈ ਗੱਲ ਸਮਝ ਨਹੀਂ ਪੈਂਦੀ। ਪਿੰਡ ਦੇ ਦਰਵਾਜ਼ੇ ਵਾਹਵਾ ਇਕੱਠ ਹੋ ਚੁੱਕਾ ਸੀ। ਇੱਕੜ ਦੁੱਕੜ ਅਜੇ ਵੀ ਆ ਰਹੇ ਸਨ। ਥੜੇ ਤੇ ਬੈਠੇ ਸਰਪੰਚ ਤੇ ਬਾਕੀ ਮੈਂਬਰ ਕੋਈ ਰਾਏ ਮਸ਼ਵਰਾ ਕਰ ਰਹੇ ਸਨ। ਹੋਰ ਲੋਕ ਆਪਸ ਵਿੱਚ ਗੱਲਾਂ ਕਰ ਰਹੇ ਸਨ। ਝੰਡਾ ਸਿੰਘ ਤੇ ਕੈਲਾ ਵੀ ਸੱਥ 'ਚ ਪਹੁੰਚ ਗਏ। ਉਸਨੇ ਬੇਪਰਵਾਹੋ ਸਰਪੰਚ ਹੋਰਾਂ ਵੱਲ ਦੇਖਿਆ ਤੇ ਦੋਵੇਂ ਹੱਥ ਜੋੜ ਦੂਰੋਂ ਹੀ ਪੰਚਾਇਤ ਨੂੰ ਫਤਿਹ ਬੁਲਾਈ। ਦੋਵੇਂ ਹੱਥ ਆਪਣੀ ਪੱਗ ਉੱਪਰ ਦੀ ਘੁਮਾਏ, ਜਿਵੇਂ ਪੱਗ ਦੀ ਤਸੱਲੀ ਕੀਤੀ ਹੋਵੇ। ਫਿਰ ਇੱਕ ਪਾਸੇ ਵੱਲ ਨੂੰ ਜਗ੍ਹਾ ਵੇਖ ਉਹ ਵੀ ਲੋਕਾਂ ਵਿੱਚ ਬੈਠ ਗਿਆ। ਝੰਡਾ ਸਿੰਘ ਦੇ ਪਿੱਛੇ ਕੈਲਾ ਵੀ ਬਾਪੂ ਦੇ ਨੇੜੇ ਹੀ ਬੈਠ ਗਿਆ। ਬੈਠਣ ਤੋਂ ਬਾਅਦ ਝੰਡਾ ਸਿੰਘ ਨੇ 4 ਚੁਫੇਰੇ ਗੌਰ ਨਾਲ ਦੇਖਿਆ। ਇੱਕ ਪਾਸੇ ਵੱਲ ਉਸਨੂੰ ਘਰ ਵਾਲੀ ਦਿਲਪ੍ਰੀਤ ਕੌਰ ਬੈਠੀ ਦਿਖਾਈ ਦਿੱਤੀ। ਨਾਲ ਇੱਕ ਨੌਜਵਾਨ ਮੁੰਡਾ ਬੈਠਾ ਤੇ 2-3 ਬਾਹਰਲੇ ਬੰਦੇ ਕੋਲ ਖੜੇ। ਹੈਂ, ਇਹ ਕੀ? ਇਹ ਇੱਥੇ ਕਿਵੇਂ? ਝੰਡਾ ਸਿੰਘ ਦੇ ਕੱਪੜਿਆਂ ਨੂੰ ਤਾਂ ਜਿਵੇਂ ਅੱਗ ਲੱਗ ਗਈ। ਉਸਨੂੰ ਸ਼ੱਕ ਹੋਇਆ ਪੰਚਾਇਤ ਦਿਲਪ੍ਰੀਤ ਕੌਰ ਨੇ ਹੀ ਇਕੱਠੀ ਕੀਤੀ ਆ। ਬੇਸ਼ਰਮੇ, ਤੂੰ ਇੱਥੇ ਪਸਰੀ ਬੈਠੀ ਆ? ਤੂੰ ਦੱਸ ਕੀ ਖੇ ਖਾਣ ਆਈ ਆ? ਉਹ ਭੜਕ ਕੇ ਉੱਠ ਖਲੋਤਾ। ਝੰਡਾ ਸਿੰਘ ਦਾ ਗੁੱਸਾ ਵੇਖ ਉਹ ਇੱਕਦਮ ਇਕੱਠੀ ਜਿਹੀ ਹੋ ਗਈ। ਕੋਲ ਬੈਠਾ ਗੁਰਜੰਟ ਉਸਦੇ ਹੋਰ ਨੇੜੇ ਨੂੰ ਹੋ ਗਿਆ ਤੇ ਹੌਸਲਾ ਦਿੱਤਾ। ਬੀਬੀ ਜੀ, ਤੁਸੀਂ ਠੀਕ ਹੋ? ਘਬਰਾਉਣ ਦੀ ਕੋਈ ਲੋੜ ਨਹੀਂ, ਅਸੀਂ ਹੈਗੇ ਹਾਂ। ਗੁਰਜੰਟ ਦੇ ਨਾਲ ਆਏ ਬੰਦੇ ਵੀ ਚੁਕੰਨੇ ਹੋ ਗਏ ਤੇ ਸਾਰੇ ਝੰਡਾ ਸਿੰਘ ਵੱਲ ਵੇਖਣ ਲੱਗੇ। ਕੋਈ ਨਹੀਂ ਪੁੱਤ, ਮੈਂ ਠੀਕ ਹਾਂ। ਇਹ ਤਾਂ ਪਹਿਲੇ ਦਿਨੋਂ ਹੀ ਇਹੀ ਕੁਝ ਕਰਨਾ ਜਾਣਦਾ। ਕੈਲੇ ਨੇ ਝੱਟ ਬਾਪੂ ਨੂੰ ਪਿੱਛੋਂ ਜੱਫਾ ਪਾ ਲਿਆ
ਕੋਲ ਬੈਠੇ 2-3 ਬੰਦੇ ਹੋਰ ਉੱਠ ਖਲੋਤੇ ਤੇ ਝੰਡਾ ਸਿੰਘ ਦੇ ਮੂਹਰੇ ਖੜੇ ਹੋ ਉਸ ਨੂੰ ਰੋਕ ਲਿਆ। ਝੰਡਾ ਸਿਆਂ, ਇੱਕ ਵਾਰ ਸਰਪੰਚ ਹੋਰਾਂ ਦੀ ਗੱਲ ਤਾਂ ਸੁਣ ਲੈ, ਫਿਰ ਜੋ ਕਰਨਾ ਹੈ ਕਰ ਲਿਓ। ਨੰਬਰਦਾਰ ਨੇ ਸਲਾਹ ਦਿੱਤੀ। ਨੰਬਰਦਾਰਾ, ਸੁਣਨ ਨੂੰ ਰਹਿ ਕੀ ਗਿਆ? ਮੇਰੇ ਹੀ ਪਿੰਡ ਵਿੱਚ, ਸਾਡੀ ਹੀ ਸੱਥ ਵਿੱਚ ਇੱਕ ਗੰਦੀ ਤੀਵੀਂ ਮੇਰੇ ਵਿਰੁੱਧ ਬਾਹਰ ਦੀ ਲਗੌੜ ਲੈ ਕੇ ਆ ਪਹੁੰਚੀ। ਪੱਗ ਤਾਂ ਲੈ ਗਈ, ਹੁਣ ਤਾਂ ਮੇਰੀ ਗੱਲ 'ਚ ਹੱਥ ਪਾਉਣਾ ਬਾਕੀ ਰਹਿ ਗਿਆ। ਝੰਡਾ ਸਿੰਘ ਇੰਨਾ ਵੀ ਮਰਿਆ ਨਹੀਂ ਹਜੇ, ਸੋਢੀ ਹੋਈ ਪਿਆ। ਉਸਨੇ ਗਾਲ ਕੱਢ ਜ਼ੋਰ ਦੇ ਲਲਕਾਰਾ ਮਾਰਿਆ ਤੇ ਫਿਰ ਆਪਣੇ ਆਪ ਨੂੰ ਛੁਡਾਉਣ ਲੱਗਿਆ। ਕੇਲੇ ਦਾ ਲੱਕ ਨੂੰ ਮਾਰਿਆ ਜੱਫਾ ਤਕੜਾ ਸੀ ਤੇ ਮੂਹਰੇ ਖੜੇ ਬੰਦਿਆਂ ਨੇ ਵੀ ਰੋਕਿਆ ਹੋਇਆ। ਉਹਨਾਂ ਝੰਡਾ ਸਿੰਘ ਨੂੰ ਚੁੱਪ ਰਹਿਣ ਤੇ ਬੈਠਣ ਲਈ ਮਜਬੂਰ ਕਰ ਦਿੱਤਾ। ਤੜਫ ਤੜਫ ਤੜਫ, ਵੇਖ ਹੁਣ ਕਿਵੇਂ ਤੜਫਦਾ। ਯਾਦ ਕਰ ਉਹ ਦਿਨ ਜਦ ਤੂੰ ਥੱਪੜ ਮਾਰਿਆ ਸੀ, ਕੁੜੀ ਦਾ ਬਹਾਨਾ ਲੈ ਕੇ ਡਾਂਗਾ ਨਾਲ ਮੇਰਾ ਟੁਕਣਾ ਕੁੱਟਿਆ ਸੀ ਤੇ ਹੋਰ ਬਥੇਰਾ ਕੁਝ ਬਕਿਆ ਸੀ। ਅੱਜ ਆਖੇ ਮੇਰੀ ਪੱਗ ਲੈ ਗਈ। ਲੈ ਕੀ ਗਈ? ਹਜੇ ਤਾਂ ਇਹ ਰੁਲੂਗੀ। ਦਲਪ੍ਰੀਤ ਕੌਰ ਦਾ ਆਖਣਾ ਸੀ। ਦੰਦ ਕਰੀਚਦਾ ਝੰਡਾ ਸਿੰਘ ਬੈਠਦਾ ਗਿਆ, ਪਰ ਉਸ ਅੰਦਰ ਕੋਈ ਭਾਂਬੜ ਮੱਚਣ ਲੱਗ ਪਿਆ। ਕੇਲੇ ਨੇ ਵੀ ਆਪਣੀ ਮਾਂ ਤੇ ਬਾਹਰਲੇ ਬੰਦਿਆਂ ਵੱਲ ਗਹਿਰੀ ਅੱਖ ਨਾਲ ਵੇਖਿਆ ਤੇ ਉਸ ਅੰਦਰ ਵੀ ਕ੍ਰੋਧ ਵਧਣ ਲੱਗਾ। ਇਹ ਨੱਥੋ ਵਾਲੀਆ ਤਖਾਨ ਨਾ ਹੋਵੇ ਕਿਤੇ। ਦਲਪ੍ਰੀਤ ਕੌਰ ਦੇ ਨਾਲ ਬੈਠਾ ਗੱਭਰੂ ਮੁੰਡਾ ਵੇਖ ਝੰਡਾ ਸਿੰਘ ਨੂੰ ਸ਼ੱਕ ਹੋਇਆ। ਝੰਡਾ ਸਿੰਘ ਹੋਰਾਂ ਦੇ ਆਉਣ ਤੋਂ ਪਹਿਲਾਂ ਸੱਥ ਵਿੱਚ ਵੀ ਇਹ ਕੁਸਰ ਮੁਸਰ ਚੱਲੀ ਸੀ। ਸਰਪੰਚ ਨੇ ਸਾਰਿਆਂ ਨੂੰ ਸੰਬੋਧਨ ਹੋ ਕੇ ਫਤਿਹ ਬੁਲਾਈ ਤੇ ਸਾਰੇ ਚੁੱਪ ਹੋ ਗਏ। ਫਿਰ ਦੁੱਲਾ ਮੈਂਬਰ ਝੰਡਾ ਸਿੰਘ ਤੇ ਕੈਲੇ ਵੱਲ ਮੂੰਹ ਕਰਕੇ ਬੋਲਿਆ, ਝੰਡਾ ਸਿਆਂ, ਗੱਲ ਦਾ ਤਾਂ ਤੈਨੂੰ ਪਤਾ ਹੀ ਆ ਭਾਈ। ਕੁਝ ਦਿਨ ਪਹਿਲਾਂ ਮੰਡੀ 'ਚ ਵੀ ਤੈਨੂੰ ਦੱਸੀ ਸੀ। ਰੌਲਾ ਭਾਈ ਲੋਹੇ ਦਾ, ਟਰਾਲੇ ਦਾ। ਝੰਡਾ ਸਿੰਘ ਝੱਟ ਬੋਲ ਪਿਆ, ਮੈਂਬਰਾ, ਇਹ ਸਾਡੇ ਘਰ ਦਾ ਮਸਲਾ, ਘਰ ਦਾ ਟਰਾਲਾ, ਇਹਦੇ 'ਚ ਕਿਸੇ ਦਾ ਕੀ ਲੈਣਾ ਦੇਣਾ? ਭਾਈ ਤੈਨੂੰ ਚਕੰਨਾ ਕੀਤਾ ਸੀ। ਘਰ ਦਾ ਮਸਲਾ ਘਰ 'ਚ ਰਹਿੰਦਾ ਠੀਕ ਸੀ, ਹੁਣ ਤਾਂ ਇਹ ਮਸਲਾ ਪਿੰਡ ਦੀ ਸੱਥ 'ਚ ਆ ਗਿਆ। ਦਲਪ੍ਰੀਤ ਕੌਰ ਕੋਲ ਟਰਾਲੇ ਦੀ ਕਾਪੀ ਤੇ ਕਾਗਜ਼ਾਤ ਨੇ। ਟਰਾਲਾ ਇਹਦੇ ਨਾਂ ਏ। ਸਾਰੀ ਪੰਚਾਇਤ ਨੇ ਕਾਗਜ਼ ਦੇਖੇ ਨੇ। ਹੁਣ ਉਹ ਆਪਣਾ ਟਰਾਲਾ ਮੰਗਦੀ ਆ, ਇਸੇ ਲਈ ਤੈਨੂੰ ਇੱਥੇ ਸੱਦਿਆ। ਕਾਪੀ ਵਾਲੀ ਗੱਲ ਸੁਣ ਕੇਲੇ ਨੂੰ ਯਾਦ ਆਇਆ, ਇੱਕ ਦਿਨ ਬੀਬੀ ਨੇ ਕਿਹਾ ਸੀ, ਵੇ ਤੂੰ ਕਿਤੇ ਟਰਾਲੇ ਤੇ ਘੁਮਾ ਕੇ ਲਿਆਉਂਦਾ ਤਾਂ ਨਹੀਂ? ਮੈਨੂੰ ਇਹਦੀ ਕਾਪੀ ਦਿਖਾ ਤਾਂ ਦੇ, ਕਿਹੋ ਜਿਹੀ ਆ। ਕੇਲੇ ਨੇ ਕਾਪੀ ਲਿਆ ਫੜਾਈ ਸੀ। ਉਹ ਤਾਂ ਵਾਪਸ ਟਰਾਲੇ 'ਚ ਰੱਖਣੀ ਹੀ ਭੁੱਲ ਗਿਆ। ਗੇੜਾ ਵੀ ਬਿਨਾਂ ਕਾਪੀ ਤੋਂ ਹੀ ਲਾ ਆਇਆ। ਚੰਗੀ ਕਿਸਮਤ ਐਤਕੀ ਕਿਸੇ ਨੇ ਮੰਗੀ ਨਹੀਂ। ਦੁੱਲੇ ਮੈਂਬਰ ਦੀ ਗੱਲ ਨੇ ਸੁੱਕੇ ਟਾਂਗਰ ਤੇ ਤੀਲੀ ਸੁੱਟਣ ਵਾਲਾ ਕੰਮ ਕੀਤਾ। ਤਪਿਆ ਤਾਂ ਝੰਡਾ ਸਿੰਘ ਪਹਿਲਾਂ ਹੀ ਬੈਠਾ ਸੀ। ਕਾਪੀ ਬਾਰੇ ਸੁਣਦੇ ਸਾਰ ਉਹਦੇ ਕੱਪੜਿਆਂ ਨੂੰ ਹੋਰ ਅੱਗ ਲੱਗ ਗਈ। ਬਹੂ ਦੀ ਕਹੀ ਗੱਲ ਕਿ ਬੀਬੀ ਅੰਦਰ ਕੁਝ ਕਾਗਜ਼ ਫਰੋਲਦੀ ਸੀ ਅੱਖਾਂ ਸਾਹਮਣੇ ਆ ਗਈ। ਉਹ ਉੱਚੀ ਆਵਾਜ਼ ਵਿੱਚ ਦਹਾੜਿਆ, ਕੁੱਤੀਏ ਰੰਨੇ, ਆ ਚੰਦ ਚਾੜਿਆ, ਕਾਪੀ ਕੱਢ ਕੇ ਲੈ ਗਈ ਟਰਾਲੇ ਦੀ। ਝੰਡਾ ਸਿੰਘ ਦੀ ਦਹਾੜ ਸੁਣ ਲੋਕ ਹੈਰਾਨ। ਸੱਥ 'ਚ ਇੱਕਦਮ ਸੁੰਨ ਪਸਰ ਗਈ। ਗੁਰਜੰਟ ਨੇ ਸੱਸ ਦੇ ਕੰਨ ਵਿੱਚ ਕੁਝ ਕਿਹਾ। ਦਲਪ੍ਰੀਤ ਕੌਰ ਝੱਟ ਰੋਬ 'ਚ ਆ ਕੇ ਬੋਲੀ, ਮੈਂ ਕਿਸੇ ਦੇ ਟਰਾਲੇ ਦੀ ਕਾਪੀ ਨਹੀਂ ਕੱਢੀ। ਮੇਰਾ ਆਪਣਾ ਟਰਾਲਾ ਜੋ ਮੇਰੇ ਨਾਂ, ਉਹੀ ਕਾਪੀ ਮੇਰੇ ਕੋਲ ਆ। ਮੂੰਹ ਸੰਭਾਲ ਕੇ ਗੱਲ ਕਰ, ਹੋਰ ਨਾ ਖੜ ਤੇਰੀ। ਝੰਡਾ ਸਿੰਘ ਇੱਕ ਵਾਰ ਫਿਰ ਉੱਠ ਕੇ ਦਲਪ੍ਰੀਤ ਕੌਰ ਵੱਲ ਵਧਿਆ, ਪਰ ਇਸ ਵਾਰ ਵੀ ਉਸ ਦੀ ਕੋਈ ਵਾਹ ਨਾ ਗਈ। ਕੇਲੇ ਨੇ ਇਸ ਵਾਰ ਵੀ ਬਾਪੂ ਨੂੰ ਬਿਠਾ ਤਾਂ ਲਿਆ, ਪਰ ਗੁੱਸਾ ਕੇਲੇ ਨੂੰ ਵੀ ਬਹੁਤ। ਉਹ ਸਮਝਦਾ ਸੀ ਨਾਲ ਬੈਠਾ ਨੱਥੋ ਵਾਲੀਆ ਤੇ ਇਸੇ ਨੇ ਉਂਗਲ ਲਾਈ ਹੋਣੀ ਆ। ਕੇਲਾ ਕੌੜ ਨਜ਼ਰਾਂ ਨਾਲ ਉਸ ਵੱਲ ਝਾਕਿਆ ਤੇ ਥੂ ਕਰਕੇ ਥੁੱਕਿਆ, ਜਿਵੇਂ ਉਸ ਦੇ ਮੂੰਹ ਤੇ ਥੁੱਕਿਆ ਹੋਵੇ। ਦਲਪ੍ਰੀਤ ਕੌਰ ਨਾਲ ਆਏ ਬੰਦਿਆਂ ਨੂੰ ਵੀ ਗੁੱਸਾ ਚੜਿਆ। ਉਹ ਇੱਕ ਦੂਜੇ ਵੱਲ ਝਾਕੇ ਤੇ ਫਿਰ ਦਲਪ੍ਰੀਤ ਕੌਰ ਵੱਲ, ਜਿਵੇਂ ਕੋਈ ਇਸ਼ਾਰਾ ਜਾਂ ਇਜਾਜ਼ਤ ਭਾਲਦੇ ਹੋਣ। ਸੱਥ ਵਿੱਚ ਬੈਠੇ ਸਿਆਣੇ ਬੰਦਿਆਂ ਨੇ ਸਾਰਿਆਂ ਨੂੰ ਸਮਝ ਤੋਂ ਕੰਮ ਲੈਣ ਦੀ ਸਲਾਹ ਦਿੱਤੀ। ਮੌਕਾ ਤਾੜ ਕੇ ਸਰਪੰਚ ਬੋਲਿਆ, ਬਈ ਸਾਰੇ ਚੁੱਪ ਕਰਕੇ ਬੈਠੋ, ਵੱਧ ਘੱਟ ਨਹੀਂ ਬੋਲਣਾ ਕਿਸੇ ਨੇ। ਪੰਚਾਇਤ 'ਚ ਅਸੀਂ ਦੋਨਾਂ ਧਿਰਾਂ ਦੀ ਗੱਲ ਸੁਣਾਂਗੇ, ਸ਼ਾਂਤੀ ਨਾਲ ਆਪਣੀ ਗੱਲ ਰੱਖੋ। ਸਰਪੰਚਾ,
ਕਿਹੜੀ ਸ਼ਾਂਤੀ, ਕਿੰਨੀਆਂ ਔਖਾਂ ਕੱਟ ਕੇ ਸੰਦ ਬਣਾਇਆ ਮੈਂ ਹੀ ਜਾਣਦਾ। ਮਸਾਂ ਕੰਮ ਰੋੜਨ ਲੱਗਿਆ, ਹਜੇ ਵੀ 6 ਲੱਖ ਦੀਆਂ ਕਿਸ਼ਤਾਂ ਖੜੀਆਂ ਨੇ ਟਰਾਲੇ 'ਤੇ। ਮੈਨੂੰ ਤਾਂ ਕਿਸ਼ਤਾਂ ਦੀ ਚਿੰਤਾ ਰਹਿੰਦੀ ਆ, ਤੇ ਇਹ ਰਕਾਨ ਆਹ ਚੰਦ ਚਾੜਨ ਲੱਗੀ ਆ। ਸਰਪੰਚ ਸਾਹਿਬ, ਟਰਾਲਾ ਮੇਰੇ ਨਾਂ ਏ, ਕਿਸ਼ਤਾਂ ਟਰਾਲੇ 'ਤੇ ਖੜੀਆਂ ਨੇ, ਸੋ ਕਿਸ਼ਤਾਂ ਮੇਰੇ ਨਾਲ ਖੜੀਆਂ ਹੋਈਆਂ, ਇਹਦੇ ਨਾਂ 'ਤੇ ਕੋਈ ਕਿਸ਼ਤ ਨਹੀਂ। ਇਹ ਮੇਰਾ ਟਰਾਲਾ ਦੇਵੇ, ਮੈਂ ਆਪੇ ਕਿਸ਼ਤਾਂ ਭਰੂੰ। ਇਹਦੀ ਕੋਈ ਚੀਜ਼ ਮੇਰੇ ਕੋਲ ਹੈ ਤਾਂ ਦੱਸੋ, ਸਬੂਤ ਦੇਵੇ, ਮੈਂ ਇਹਨੂੰ ਦੇਵਾਂਗੀ। ਦਲਪ੍ਰੀਤ ਕੌਰ ਦਾ ਚਿਹਰਾ ਵੀ ਭਖਣ ਲੱਗਿਆ। ਕਿਹੜੀ ਚੀਜ਼ ਦੱਸੇ, ਕਿਹੜੇ ਸਬੂਤ ਦੇਵੇ? ਝੰਡਾ ਸਿੰਘ ਹੈਰਾਨ। ਉਸ ਵੇਲੇ ਇਹਨੂੰ ਪਛਤਾਉਣ ਲੱਗਾ ਜਦੋਂ ਟਰਾਲੇ ਦੀ ਕਾਪੀ ਇਹਦੇ ਨਾਂ ਬਣਵਾਈ ਸੀ। ਸੱਥ ਵਿੱਚ ਬੈਠੇ ਜਥੇਦਾਰ ਮੱਘਰ ਸਿੰਘ ਨੇ ਦਲਪ੍ਰੀਤ ਕੌਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਭਾਈ ਬੀਬਾ, ਤੂੰ ਆਪਣੇ ਘਰ ਜਾ ਕੇ ਬੈਠ, ਆਪਣੇ ਜਵਾਕਾਂ 'ਚ, ਆਪਣੇ ਪਰਿਵਾਰ 'ਚ ਰਹਿ, ਤੁਹਾਡਾ ਸਾਰਾ ਕਲੇਸ਼ ਹੀ ਮੁੱਕ ਜੂ। ਆਹ ਮੁੰਡੇ ਰਿਸ਼ਤੇਦਾਰ ਨੇ ਜਾਂ ਜੋ ਵੀ, ਬੇਗਾਨੇ ਘਰ ਰਹਿਣਾ ਸੋਭਾ ਨਹੀਂ ਦਿੰਦਾ ਹੁੰਦਾ ਬੀਬਾ। ਜਥੇਦਾਰ ਮੱਘਰ ਸਿੰਘ ਦੀ ਪਿੰਡ ਦੇ ਲੋਕ ਬਹੁਤ ਇੱਜ਼ਤ ਕਰਦੇ ਸੀ। ਮੱਘਰ ਸਿੰਘ ਦੀ ਕਹੀ ਗੱਲ 'ਤੇ ਦਲਪ੍ਰੀਤ ਕੌਰ ਨੇ ਅੱਖਾਂ ਨੀਵੀਆਂ ਕਰ ਲਈਆਂ। ਉਹ ਧਰਤੀ ਵੱਲ ਦੇਖਣ ਲੱਗ ਪਈ ਤੇ ਚੁੱਪ ਸੀ। ਉਸ ਨੂੰ ਮੱਘਰ ਸਿੰਘ ਦੀ ਗੱਲ ਦਾ ਠੋਸ ਜਵਾਬ ਨਹੀਂ ਸੀ ਲੱਭ ਰਿਹਾ। ਸਰਪੰਚ ਵੀ ਬੋਲ ਪਿਆ, ਦਲਪ੍ਰੀਤ ਕੁਰੇ, ਸੁੱਖ ਨਾਲ ਅੱਜ ਤੇਰੇ ਘਰ ਸਭ ਕੁਝ ਆ, ਪੁੱਤ ਆ, ਨੂੰਹ ਆ, ਪੋਤੀ ਆ, ਫਿਰ ਅਜੇ ਝੰਡਾ ਸਿਉਂ ਬੈਠਾ। ਭਾਈ, ਆਪਣੇ ਨਗਰ ਖੇੜੇ 'ਚ ਰਹਿਣਾ ਹੀ ਠੀਕ ਆ। ਸਰਪੰਚ ਦੀ ਕਹੀ ਗੱਲ ਅਜੇ ਝੰਡਾ ਸਿਉਂ ਬੈਠਾ ਦਲਪ੍ਰੀਤ ਕੌਰ ਦੇ ਦਿਮਾਗ ਵਿੱਚ ਇੱਟ ਵਾਂਗੂ ਵੱਜੀ। ਇਹ ਨਾਂ ਬਹੁਤ ਕੌੜਾ ਤੇ ਜ਼ਹਿਰ ਭਰਿਆ ਲੱਗਿਆ। ਚਿਹਰਾ ਫਿਰ ਭਖਣ ਲੱਗਾ ਤੇ ਉਹ ਬੋਲੀ, ਸਰਪੰਚ ਸਾਹਿਬ, ਘਰ 'ਚ ਰਹਿਣ ਦਾ ਹੀ ਤਾਂ ਕਲੇਸ਼ ਆ। ਇਸ ਘਰ ਦਾ ਅਸਮਾਨ ਉਡਾਰੀ ਭਰਨ ਜੋਗਾ ਹੁੰਦਾ ਫਿਰ ਕਿਹੜੀ ਗੱਲ ਸੀ? ਬਥੇਰਾ ਨਰਕ ਭੋਗ ਲਿਆ ਇਸ ਘਰ ਵਿੱਚ, ਹੁਣ ਹੋਰ ਨਹੀਂ। ਉਹ ਗੁੱਸੇ ਵਿੱਚ ਬੋਲ ਰਹੀ ਸੀ। ਝੰਡਾ ਸਿੰਘ ਸਮਝ ਗਿਆ ਕਿ ਦਲਪ੍ਰੀਤ ਕੌਰ ਹੁਣ ਮੰਨਣ ਵਾਲੀ ਨਹੀਂ। ਉਹ ਤਾਂ ਸ਼ਾਇਦ ਮੰਨ ਵੀ ਜਾਂਦੀ, ਪਰ ਨਾਲ ਆਏ ਬਾਹਰਲੇ ਬੰਦੇ ਹੁਣ ਮੰਨਣ ਨਹੀਂ ਦਿੰਦੇ। ਹਾਰ ਕੇ ਝੰਡਾ ਸਿੰਘ ਢਿੱਲੀ ਆਵਾਜ਼ 'ਚ ਬੋਲਿਆ, ਸਰਪੰਚ ਸਾਹਿਬ, ਇਹਦਾ ਟਰਾਲਾ ਮੇਰੇ ਕੋਲ ਨਹੀਂ ਆ, ਟਰਾਲਾ ਇਹਦੇ ਮੁੰਡੇ ਕੋਲ ਹੈ। ਮੁੰਡੇ ਤੋਂ ਟਰਾਲਾ ਲੈ ਲਵੇ। ਉਸਨੇ ਜਿਵੇਂ ਖਹਿੜਾ ਛੁਡਾਇਆ। ਸਰਪੰਚ ਕਰਨੈਲ ਨੂੰ ਸੰਬੋਧਨ ਹੋ ਕੇ ਬੋਲਿਆ, ਹਾਂ ਫਿਰ ਦੱਸ ਭਾਈ ਕਹਿਲਿਆ, ਤੂੰ ਕੀ ਕਹਿਣਾ ਚਾਹੁੰਦਾ? ਤੇਰੀ ਮਾਂ ਆਪਣਾ ਟਰਾਲਾ ਮੰਗਦੀ ਆ। ਸਰਪੰਚ ਸਾਹਿਬ, ਮਾਂ ਕਾਹਨੂੰ ਮੰਗਦੀ ਆ? ਆ ਵੱਡਾ ਸ਼ੌਕੀਨ ਤੇ ਚੌਧਰੀ ਬਣਿਆ ਨਾਲ ਬੈਠਾ, ਇਹ ਮੰਗਦਾ। ਸਾਰੀ ਇਹਦੀ ਉਂਗਲ ਆ। ਇਹਨੇ ਟਰਾਲਾ ਵੇਚ ਕੇ ਪੈਸੇ ਖਾਣੇ ਨੇ। ਪੈਸੇ ਖਾਣ ਦੀ ਗੱਲ ਤੇ ਗੁਰਜੰਟ ਨੂੰ ਵੀ ਗੁੱਸਾ ਆ ਗਿਆ। ਅੱਗੇ ਕਿਹੜਾ ਤੇਰੇ ਪਿਓ ਨੇ ਜਾਂ ਤੂੰ ਦਾਜ ਦੇ ਟਰੱਕ ਭਰ ਕੇ ਤੋਰੇ ਸੀ ਜਿਹੜੇ ਮੈਂ ਵੇਚ ਕੇ ਖਾ ਗਿਆ? ਮੂੰਹ ਸੰਭਾਲ ਕੇ ਬੋਲ। ਮਾਂ ਨੂੰ ਰੋਟੀ ਨਹੀਂ ਦੇ ਸਕਦਾ, ਮੇਰਾ ਅੱਗਾ ਪਿੱਛਾ ਪਰਖਦਾ। ਝੰਡਾ ਸਿੰਘ ਮੂਹਰੇ ਜਿਹੜਾ ਗੁਰਜੰਟ ਚੁੱਪ ਰਿਹਾ ਸੀ, ਹੁਣ ਪੂਰੇ ਰੋਬ ਵਿੱਚ ਬੋਲਿਆ, ਚੁੱਪ ਭਾਈ ਚੁੱਪ, ਇਹਨਾਂ ਗੱਲਾਂ ਦਾ ਹੁਣ ਕੋਈ ਫਾਇਦਾ ਨਹੀਂ। ਇਹ ਪਹਿਲਾਂ ਦੇਖਣਾ ਸੀ। ਇਹ ਗੱਲਾਂ ਇੱਥੇ ਨਾ ਕਰੋ, ਪੰਚਾਇਤ 'ਚ ਰੌਲਾ ਨਹੀਂ ਪਾਉਣਾ। ਕਹਿਲਿਆ, ਭਾਈ ਟਰਾਲੇ ਦੀ ਗੱਲ ਕਰੋ, ਹੋਰ ਵਾਧੂ ਗੱਲ ਨਾ ਕਰੋ। ਸਰਪੰਚ ਨੇ ਟੋਕਿਆ। ਸਰਪੰਚ ਸਾਹਿਬ, ਟਰਾਲਾ ਦੇ ਕੇ ਮੈਂ ਰੋਟੀ ਕਿੱਥੋਂ ਖਾਊਂ? ਮੈਂ ਨਹੀਂ ਦੇਣਾ ਟਰਾਲਾ। ਪੁੱਤ ਦਾ ਜਵਾਬ ਸੁਣ ਝੰਡਾ ਸਿੰਘ ਨੂੰ ਤਸੱਲੀ ਹੋਈ। ਚਿੱਤ ਕਰਾਰਾ ਹੋ ਗਿਆ ਤੇ ਉਸ ਸੱਜੇ ਹੱਥ ਨਾਲ ਮੁੱਛਾਂ ਨੂੰ ਫਿਰ ਤੋਂ ਸਵਾਰਿਆ। ਲਾਣੇਦਾਰਨੀਏ, ਆਪਣਾ ਤਾਂ ਪਹਿਲਾਂ ਹੀ ਬਥੇਰਾ ਜਲੂਸ ਨਿਕਲਿਆ ਪਿਆ। ਘਰ ਦੀ ਗੱਲ ਇੱਥੇ ਛੱਜ 'ਚ ਪਾ ਕੇ ਨਾ ਛੱਡੀਏ। ਚੱਲ ਉੱਠ, ਘਰ ਨੂੰ ਚੱਲੀਏ। ਝੰਡਾ ਸਿੰਘ ਨੇ ਕੈਲੇ ਦੀ ਵੀ ਬਾਂਹ ਫੜੀ ਤੇ ਪਿਓ ਪੁੱਤ ਸੱਥ ਵਿੱਚੋਂ ਉੱਠ ਖਲੋਤੇ। ਘਰ ਲਿਜਾ ਕੇ ਫੇਰ ਮੇਰੀ ਗੁੱਤ ਵੱਟਣੀ ਆ ਜਾਂ ਕੋਈ ਗੋਡਾ ਗਿੱਟਾ ਤੋੜਨਾ? ਮੇਰੇ ਤਾਂ ਪਹਿਲਾਂ ਵਾਲੀ ਅੱਗ ਹੀ ਇੱਥੇ ਮੱਚਦੀ ਆ, ਇੱਥੇ। ਉਸਨੇ ਆਪਣੀ ਹਿੱਕ ਤੇ ਹੱਥ ਰੱਖਿਆ। ਦਲਪ੍ਰੀਤ ਕੌਰ ਦੀ ਆਵਾਜ਼ ਵਿੱਚ ਤਾਨਾ ਸੀ। ਸਰਪੰਚ ਵੀ ਉੱਠ ਕੇ ਨੇੜੇ ਆ ਗਿਆ। ਭਾਈ ਦਲਪ੍ਰੀਤ ਕੁਰੇ, ਇੱਕ ਵਾਰ ਘਰ ਬੈਠ ਕੇ ਦੁਬਾਰਾ ਵਿਚਾਰ ਕਰਨ 'ਚ ਕੀ ਹਰਜ ਆ? ਗੱਲ ਕਰਕੇ ਤਾਂ ਵੇਖ ਲਓ, ਲੋੜ ਪਈ ਤਾਂ ਦੁਬਾਰਾ ਪੰਚਾਇਤ ਬੁਲਾ ਲਵਾਂਗੇ। 100 ਹੱਥ ਰੱਸਾ ਸਿਰੇ ਤੇ ਗੰਢ। ਟਰਾਲਾ ਤਾਂ ਸਰਪੰਚ ਸਾਹਿਬ ਜਾਂਦੇ ਚੋਰ ਦੀ ਪੱਗ ਹੀ ਆ।
ਇਹ ਅਨਪੜ੍ਹ ਬੁੱਝੜ ਨੇ ਤਾਂ ਮੈਨੂੰ ਡੰਗਰ ਮਾਲ ਹੀ ਸਮਝੀ ਰੱਖਿਆ। ਗਾਲਾਂ, ਥੱਪੜ, ਡਾਂਗ ਇਹੀ ਕੁਝ ਜਾਣਦਾ ਇਹ ਤਾਂ। ਹੁਣ ਇਹਨੂੰ ਭਾਵੇਂ ਔਰਤ ਦੀ ਹੈਂਡ ਸਮਝ ਲਓ ਜਾਂ ਜੋ ਮਰਜ਼ੀ। ਮੈਂ ਤਾਂ ਇਹ ਦੱਸਣ ਕਿ ਔਰਤ ਵੀ ਸਾਹ ਲੈਂਦੀ ਹੈ, ਉਹਦੇ ਵੀ ਕੋਈ ਅਰਮਾਨ ਹੁੰਦੇ ਨੇ। ਅੱਕੇ ਥੱਕੇ ਬੰਦੇ ਤੋਂ ਗਲਤੀ ਹੋ ਜਾਂਦੀ ਹੈ ਭਾਈ। ਜੇ ਮਰਦ ਇਹੀ ਸੋਚੀ ਜਾਵੇ ਕਿ ਤੀਵੀਂ ਦੀ ਜਗ੍ਹਾ ਤਾਂ ਮੇਰੀ ਜੁੱਤੀ ਹੇਠ ਆ, ਫਿਰ ਔਰਤ ਵੀ ਕੀ ਕਰੇ? ਕੋਈ ਨਹੀਂ ਭਾਈ, ਫਿਰ ਵੀ ਤੇਰਾ ਮਰਦ ਆ। ਸਰਪੰਚ ਹਰ ਕੋਸ਼ਿਸ਼ ਕਰ ਰਿਹਾ ਸੀ। ਚਾਚਾ ਜੀ, ਔਰਤਾਂ ਤਾਂ ਮਰਦ ਨੂੰ ਭਗਵਾਨ ਹੀ ਮੰਨਦੀਆਂ ਨੇ। ਜੇ ਉਸਦਾ ਭਗਵਾਨ ਹੀ ਉਸਦਾ ਜਿਉਣਾ ਦੁੱਭਰ ਕਰ ਦੇਵੇ, ਫਿਰ ਔਰਤ ਵੀ ਕੀ ਕਰੇ? ਮਾਂ, ਤੂੰ ਮੈਨੂੰ ਆਪਣਾ ਪੁੱਤ ਹੀ ਸਮਝ। ਹੁਣ ਮੈਂ ਤੇਰੇ ਤੇ ਕੋਈ ਆਂਚ ਨਹੀਂ ਆਉਣ ਦਿੰਦੀ। ਉਸਨੇ ਮਾਂ ਹੱਥੋਂ ਟਰਾਲੇ ਦੀ ਕਾਪੀ ਫੜੀ ਤੇ ਸਰਪੰਚ ਨੂੰ ਫੜਾਉਂਦਿਆਂ ਬੋਲੀ, ਆ ਲਓ ਸਰਪੰਚ ਸਾਹਿਬ ਕਾਪੀ। ਅਸੀਂ ਕੀ ਇਹ ਸਿਰ 'ਚ ਮਾਰਨੀ ਆ? ਪਰ ਇਹ ਸ਼ਾਇਦ ਭੁੱਲੇ ਬੈਠੇ ਨੇ ਕਿ ਘਰ ਤੇ ਜ਼ਮੀਨ ਵਿੱਚ ਮੇਰਾ ਵੀ ਹਿੱਸਾ ਤੇ ਮਾਂ ਦਾ ਵੀ। ਉਸ ਹਿੱਸੇ ਨਾਲ ਤਾਂ ਇੱਕ ਨਹੀਂ 2 ਟਰਾਲੇ ਆ ਜਾਣਗੇ। ਬਬਲੀ ਦੀ ਗੱਲ ਨੇ ਸਭ ਨੂੰ ਲਾਜਵਾਬ ਕਰ ਦਿੱਤਾ ਤੇ ਹੈਰਾਨ ਵੀ। ਬਬਲੀ ਅਚਾਨਕ ਹੀ ਆ ਪਹੁੰਚੀ ਸੀ ਤੇ ਸਰਪੰਚ ਦੀ ਲੁਧਿਆਣੇ ਪੜ੍ਹਦੀ ਕੁੜੀ ਬਬਲੀ ਦੇ ਨਾਲ ਖੜੀ ਸੀ। ਹੈਰਾਨ ਹੋਇਆ ਸਰਪੰਚ ਹੁਣ ਆਪਣੀ ਕੁੜੀ ਨੂੰ ਕਹਿ ਰਿਹਾ ਸੀ, ਪੁੱਤ ਤੂੰ ਇੱਥੇ ਕੀ ਕਰਦੀ ਆਂ? ਚੱਲ ਘਰੇ ਚੱਲ। ਸੁਣ ਲਿਆ ਝੰਡਾ ਸਿਆਂ, ਗੱਲ ਸ਼ਾਇਦ ਅਜੇ ਵੀ ਤੇਰੇ ਪੱਲੇ ਨਾ ਪਈ ਹੋਵੇ, ਪਰ ਮੇਰੇ ਪੱਲੇ ਚੰਗੀ ਤਰ੍ਹਾਂ ਪੈ ਗਈ। ਇਹ ਕੁੜੀ ਦੇ ਬੋਲ ਨਵੀਂ ਸਦੀ ਦੀ ਆਹਟ ਨੇ, 21ਵੀਂ ਸਦੀ ਦੀ ਆਹਟ, ਇੱਕ ਨਵੇਂ ਯੁੱਗ ਦੀ ਆਹਟ। ਸੋ ਤੁਸੀਂ ਸੁਣ ਰਹੇ ਸੀ ਕਹਾਣੀਕਾਰ ਪਰਮਜੀਤ ਮਾਨ ਜੀ ਦੀ ਲਿਖੀ ਹੋਈ ਕਹਾਣੀ। ਉਮੀਦ ਹੈ ਤੁਹਾਨੂੰ ਵੀ ਦਿਲਪ੍ਰੀਤ ਕੌਰ ਦੀ ਧੀ ਦਾ ਉਸਦੇ ਲਈ ਲਿਆ ਗਿਆ ਇਹ ਫੈਸਲਾ ਬਹੁਤ ਚੰਗਾ ਲੱਗਾ ਹੋਵੇਗਾ, ਕਿਉਂਕਿ ਜਿੱਥੇ ਝੰਡਾ ਸਿੰਘ ਸਾਰੀ ਉਮਰ ਉਸਦੇ ਨਾਲ ਨਹੀਂ ਸੀ ਖੜਾ, ਪੁੱਤਰ ਤੋਂ ਵੀ ਉਮੀਦ ਲਗਾਈ, ਪਰ ਪੁੱਤਰ ਨੇ ਵੀ ਕੋਈ ਲੜ ਸਿਰਾ ਨਹੀਂ ਫੜਾਇਆ। ਪਰ ਉਸਦੀ ਧੀ ਹੁਣ ਉਸਦੇ ਨਾਲ ਪੂਰੀ ਤਰ੍ਹਾਂ ਖੜੀ ਸੀ, ਉਸਦੇ ਸੁਪਨੇ ਪੂਰੇ ਕਰਨ ਲਈ ਪੂਰੀ ਬਜਿੱਦ ਸੀ। ਉਮੀਦ ਹੈ ਤੁਹਾਨੂੰ ਵੀ ਉਸਦਾ ਫੈਸਲਾ ਚੰਗਾ ਲੱਗਾ ਹੋਵੇਗਾ। ਆਪਣੇ ਵਿਚਾਰ ਜ਼ਰੂਰ ਲਿਖ ਕੇ ਦੱਸਿਓ। ਚੰਗੀ ਲੱਗੀ ਕਹਾਣੀ ਇੱਕ ਲਾਈਕ ਕਰਿਓ, ਵੱਧ ਤੋਂ ਵੱਧ ਸ਼ੇਅਰ ਕਰਿਓ, ਅਤੇ ਜੇਕਰ ਚੈਨਲ ਨੂੰ ਪਹਿਲੀ ਵਾਰ ਸੁਣ ਰਹੇ ਹੋ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ। ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੁਹਾਡੇ ਤੱਕ ਜ਼ਰੂਰ ਪਹੁੰਚਦੀਆਂ ਰਹਿਣਗੀਆਂ, ਅਤੇ ਇਸ ਲਈ ਤੁਸੀਂ ਨੋਟੀਫਿਕੇਸ਼ਨ ਬੈਲ ਨੂੰ ਜ਼ਰੂਰ ਦਬਾ ਦਿਓ। ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਕਿਸੇ ਹੋਰ ਕਹਾਣੀ ਦੇ ਨਾਲ। ਸ਼ੁਕਰੀਆ।